हेलो एंड वेलकम टू रेस अकेडमी ऑफिशियल। सत श्री अकाल साਰਿਆਂ ਨੂੰ नमस्ते आदाब। पोलिटिकल कंडीशन ऑफ द पंजाब इन द बिगिनिंग ऑफ द 16th सेंचुरी। सो ਇਹਦੇ ਬਾਰੇ ਆਪਾਂ ਚਰਚਾ ਕਰਨੀ ਹੈ। ਮੈਂ ਥੋੜਾ ਜਿਹਾ ਤੁਹਾਨੂੰ ਇੱਕ ਓਵਰਵਿਊ ਜਿਹਾ ਦੱਸ ਦਿੰਦਾ ਕਿ ਪੀਪੀਐਸਸੀ ਦੇ ਸਿਲੇਬਸ ਦੇ ਵਿੱਚ ਬੇਸਿਕਲੀ ਜਿਹੜਾ ਆਪਣਾ ਪੋਰਸ਼ਨ ਹੈ ਉਹ 1469 ਤੋਂ ਲੈ ਕੇ 1849 ਤੇ ਇਸ ਤੋਂ ਬਾਅਦ ਆਪਣੇ ਸੋਸ਼ਲ ਰਿਲੀਜੀਅਸ ਮੂਵਮੈਂਟਸ ਆ ਜਾਂਦੀਆਂ ਤੇ ਉਸ ਤੋਂ ਬਾਅਦ ਤੁਹਾਡਾ ਆ ਜਾਂਦਾਗਾ ਜਿਹੜਾ 1920 ਤੋਂ ਲੈ ਕੇ 25 ਤੱਕ ਗੁਰਦੁਆਰਾ ਰਿਫਾਰਮ ਮੂਵਮੈਂਟ ਹੈ ਜਾਂ ਐਸਜੀਪੀਸੀ ਬਣਦੀ ਹੈ। ਸੋ ਇਹਨਾਂ ਬਾਰੇ ਬੇਸਿਕਲੀ ਚਰਚਾਵਾਂ ਆਪਾਂ ਕਰਾਂਗੇ ਪੰਜਾਬ ਜੀਕੇ ਦੇ ਸਾਰੇ ਪੋਰਸ਼ਨ ਦੇ ਵਿੱਚ। ਨਾਲ ਆਪਾਂ ਜੀਓਗ੍ਰਾਫੀ ਪੋਰਸ਼ਨ ਹੋ ਗਿਆ, ਥੋੜਾ ਬਹੁਤ ਇਕਨੋਮਿਕਸ ਪੋਰਸ਼ਨ ਹੋ ਗਿਆ, ਉਹ ਵੀ ਆਪਾਂ ਕਰਾਂਗੇ। ਸੋ ਅੱਜ ਆਪਾਂ ਜਿਹੜਾ ਪੜ੍ਹਨ ਜਾ ਰਹੇ ਹਾਂ ਪੋਲੀਟੀਕਲ ਕੰਡੀਸ਼ਨ ਆਫ ਦਾ ਪੰਜਾਬ ਇਨ ਦਾ ਬਿਗਨਿੰਗ ਆਫ ਦਾ 16th ਸੈਂਚੁਰੀ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਸੋ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਤੇ ਤੁਹਾਡਾ ਸਵਾਗਤ ਹੈ ਤੇ ਚਲੋ ਆਪਾਂ ਕਰਦੇ ਹਾਂ ਸਟਾਰਟ। ਸੋ ਦਾ ਪੋਲੀਟੀਕਲ ਕੰਡੀਸ਼ਨ ਜਿਹੜੀ ਪੰਜਾਬ ਦੀ ਸੀ ਇਨ ਦਾ ਬਿਗਨਿੰਗ ਆਫ 16th ਸੈਂਚੁਰੀ ਕੋਈ ਬਾਹਲੀ ਜ਼ਿਆਦਾ ਵਧੀਆ ਨਹੀਂ ਸੀ। On those days ਪੰਜਾਬ ਵਾਜ਼ ਅੰਡਰ ਦਾ ਸਲਤਨਤ ਆਫ ਦਿੱਲੀ, ਜਿਹਨੂੰ ਆਪਾਂ ਲੋਧੀ ਵੰਸ਼ ਦੇ ਨਾਮ ਨਾਲ ਜਾਣਦੇ ਹਾਂ। ਸੋ ਲੋਧੀ ਵੰਸ਼ ਦੀ ਸਥਾਪਨਾ ਜਿਹੜੀ ਹੋਈ ਸੀ 1451 ਤੱਕ ਹੋਈ ਹੈ। ਹਾਲਾਂਕਿ ਇਹਨਾਂ ਦਾ ਜਿਹੜਾ ਪੋਰਸ਼ਨ ਆ ਉਹ ਜ਼ਿਆਦਾ ਟਾਈਮ ਤੱਕ ਨਹੀਂ ਰਿਹਾ, 1526 ਤੱਕ ਹੀ ਰਿਹਾਗਾ। ਤੇ ਜਿਹੜੇ ਇਹਨਾਂ ਦੇ ਮੇਨ ਰੂਲਰ, ਤਿੰਨ ਰੂਲਰ ਆ ਤੁਹਾਡਾ ਆ ਗਿਆ ਬਹਿਲੋਲ ਲੋਧੀ ਆ ਗਿਆ, ਸਿਕੰਦਰ ਲੋਧੀ ਆ ਗਿਆ ਐਂਡ ਇਬਰਾਹਿਮ ਲੋਧੀ ਆ ਗਿਆ। ਇਹ ਤਿੰਨੇ ਹੀ ਕ੍ਰੋਨੋਲੋਜੀਕਲੀ ਪੁੱਛੇ ਜਾਂਦੇ ਆ ਆਮ ਤੌਰ ਤੇ ਐਗਜ਼ਾਮ ਦੇ ਵਿੱਚ। ਸੋ ਬੇਸਿਕਲੀ ਇਹਨਾਂ ਨੂੰ ਹੀ ਆਪਾਂ ਪੜ੍ਹਨਾ ਗਾ, ਲੋਧੀ ਵੰਸ਼ ਨੂੰ। ਲੋਧੀ ਵੰਸ਼ ਨੇ ਪੰਜਾਬ ਤੇ ਕੀ ਰਾਜ ਕੀਤਾ, ਕਿਵੇਂ ਰਾਜ ਕੀਤਾ, ਕਿੰਨਾ ਨੇ ਰਾਜ ਕੀਤਾ, ਉਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ। ਇੱਥੋਂ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਬੇਸਿਕਲੀ ਨਾ ਲੋਧੀ ਜਿਹੜੇ ਸੀਗੇ ਇਹ ਕੋਈ ਬਾਹਲੇ ਜ਼ਿਆਦੇ ਤਕੜੇ ਰੂਲਰ ਤਾਂ ਨਹੀਂ ਸੀਗੇ, ਪਰ ਇਹਨਾਂ ਦੀ ਅਫਗਾਨਾਂ ਨਾਲ ਬਹੁਤ ਬਣਦੀ ਹੁੰਦੀ ਸੀ। ਅਫਗਾਨਾਂ ਨਾਲ ਇਹਨਾਂ ਨੇ ਬਹੁਤ ਬਣਾ ਕੇ ਰੱਖੀ ਆ, ਬਟ ਜਦੋਂ ਵੀ ਅਫਗਾਨਾਂ ਨਾਲ ਇਹਨਾਂ ਦੀ ਟੁੱਟੀ ਆ, ਇਹਦੇ ਵਿੱਚ ਇਬਰਾਹਿਮ ਲੋਧੀ ਕੋਲ ਜਾ ਕੇ ਅਫਗਾਨਾਂ ਨਾਲੇ ਤੋੜ ਲੈਂਦਾਗਾ ਤੇ ਉਸ ਤੋਂ ਬਾਅਦ ਹੀ ਫਿਰ ਤੁਹਾਨੂੰ ਪਤਾ ਕਿ ਲੋਧੀ ਵੰਸ਼ ਦੀ ਜਿਹੜੀ ਹੈਗੀ ਆ ਖਤਮ ਹੋ ਜਾਂਦਾਗਾ। ਸੋ ਆਪਾਂ ਹੁਣ ਲੋਧੀ ਵੰਸ਼ ਨੂੰ ਹੀ ਪੜ੍ਹਨਾਗਾ, ਬਹਿਲੋਲ ਲੋਧੀ। ਸੋ ਬਹੁਤ ਵਧੀਆ ਢੰਗ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਮੇਰੇ ਪੜ੍ਹਾਉਣ ਦਾ ਤਰੀਕਾ ਸਟੈਟਿਕ ਪੋਰਸ਼ਨ ਤੇ ਕਨਸੈਪਚੁਅਲ ਕਲੈਰਿਟੀ ਨੂੰ ਦੋਨਾਂ ਨੂੰ ਮਿਲਾਪ ਹੈ, ਕਿਉਂਕਿ ਮੈਨੂੰ ਪਤਾ ਹੈ ਇਸ ਚੀਜ਼ ਬਾਰੇ ਕਿ ਜਿਹੜਾ ਪੀਪੀਐਸਸੀ ਦਾ ਪੋਰਸ਼ਨ ਆ ਉਹ ਸਟੈਟਿਕ ਪੋਰਸ਼ਨ ਤੋਂ ਵੀ ਬਹੁਤ ਕੁਐਸਚਨ ਪੁੱਛ ਲੈਂਦਾ ਵਾ। ਸਟੈਟਿਕ ਪੋਰਸ਼ਨ ਤੋਂ ਤੁਸੀਂ ਮਾਰਕ ਖਾ ਜਾਓਗੇ, ਕਨਸੈਪਚੁਅਲ ਕਲੈਰਿਟੀ ਫਿਰ ਵੀ ਤੁਸੀਂ ਆਨਸਰ ਲਾ ਦਿੰਦੇ ਹੋ। ਕਨਸੈਪਚੁਅਲ ਤਾਂ ਰਹਿਣਾ ਹੀ ਰਹਿਣਾਗਾ, ਬਟ ਸਟੈਟਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਂ ਯਾਦ ਕਰਵਾਉਂਗਾ। ਇਹਦੇ ਕਲਾਸ ਤੋਂ ਬਾਅਦ ਯਾਨੀ ਕਿ ਇਸੇ ਜਦੋਂ ਆਪਾਂ ਥਿਊਰੀ ਪੜ੍ਹ ਲਈ ਉਸ ਤੋਂ ਬਾਅਦ ਐਮਸੀਕਿਊ ਕਰਾਂਗੇ, ਉਹ ਬੜੇ ਸਟੈਟਿਕ ਹੈ, ਯਾਨੀ ਕਿ ਨਾਲ ਫਟਾਫਟ ਤੁਸੀਂ ਆਨਸਰ ਲਾ ਦੋਗੇ ਕਿਉਂਕਿ ਉਹ ਕਰਨੇ ਜ਼ਰੂਰੀ ਆ। ਠੀਕ ਹੈ, ਸਟੇਟਮੈਂਟ ਵਾਈਜ਼ ਮੈਨੂੰ ਪਤਾ ਕਿ ਤਹਿਸੀਲਦਾਰ ਦੇ ਵਿੱਚ ਥੋੜਾ ਜਿਹਾ ਲੈਵਲ ਅਪ ਹੀ ਆਊਗਾ ਐਂਡ ਸਟੇਟਮੈਂਟ ਵਾਈਜ਼ ਆ ਉਹ ਆਪਾਂ ਐਮਸੀਕਿਊ ਸਿਲੇਬਸ ਤੋਂ ਬਾਅਦ ਹੀ ਕਰਨਾ। ਬਟ ਹਾਂ, ਮੈਂ ਨਾਲ ਹਰੇਕ ਲੈਸਨ ਦੇ ਵਿੱਚ ਤੁਹਾਨੂੰ ਐਮਸੀਕਿਊ ਕੁਛ ਨਾ ਕੁਛ ਐਡ ਕਰਦਾ ਜਾਣਾ ਹੁੰਦਾ ਤਾਂ ਕਿ ਤੁਹਾਡੀ ਕਲਾਸ ਦੀ ਇੱਕ ਰਿਪੀਟ ਹੋ ਜੇ, ਥੋੜਾ ਜਿਹਾ ਪ੍ਰੀਸਾਈਜ਼ ਵੇ ਢੰਗ ਦੇ ਨਾਲ ਤੁਸੀਂ ਕਰ ਲਓ। ਸੋ ਬੇਸਿਕਲੀ ਬਹਿਲੋਲ ਲੋਧੀ ਦੀ ਜਿਹੜੀ ਫਾਊਂਡੇਸ਼ਨ ਹੋਈ ਆ ਉਹ ਲੋਧੀ ਵੰਸ਼ ਦੇ ਤੌਰ ਤੇ ਹੋਈ ਆ ਤੇ 1451 ਦੇ ਵਿੱਚ ਹੋਈ ਆ। ਤੇ ਇਹਨਾਂ ਨੇ ਜਿਹੜੀ ਪਾਲਿਸੀ ਅਡਾਪਟ ਕੀਤੀ ਹੈ ਜਿਹਨੂੰ ਆਪਾਂ ਕਹਿੰਦੇ ਪਾਲਿਸੀ ਆਫ ਇੰਪੀਚਮੈਂਟ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਫਰੈਂਡਲੀ ਰਿਲੇਸ਼ਨ ਇਹਨਾਂ ਨੇ ਬਣਾ ਕੇ ਰੱਖਿਆ ਅਫਗਾਨ ਨੋਬਲਸ ਨਾਲ, ਜਿਹੜੇ ਉਹਨਾਂ ਦੇ ਸ਼ਾਸਕ ਸੀ ਉਹਨਾਂ ਦੇ ਨਾਲ ਇਹਨਾਂ ਨੇ ਵਧੀਆ ਆਪਣੀ ਪੋਜੀਸ਼ਨ ਨੂੰ ਸਟਰੈਂਥ ਕਰਨ ਵਾਸਤੇ, ਕਿਉਂਕਿ ਬਹੁਤ ਜ਼ਿਆਦਾ ਤਾਕਤਵਰ ਤਾਂ ਨਹੀਂ ਸੀ ਅਫਗਾਨ, ਬਹੁਤ ਜ਼ਿਆਦਾ ਤਾਕਤਵਰ ਸੀ, ਤਾਂ ਉਹਨਾਂ ਨਾਲ ਮੇਲ ਮਿਲਾਪ ਕਰਕੇ ਇਹਨਾਂ ਨੇ ਆਪਣਾ ਵੰਸ਼ ਚਲਾਇਆ। ਹਿਸ ਪਾਲਿਸੀ ਪ੍ਰੂਵਡ ਫਰੂਟਫੁਲ ਹੋਈ ਆ, ਫਾਇਦਾ ਦਿੱਤਾ ਤੇ ਬਟ ਇਟਸ ਲੇਟਰ ਰਿਜ਼ਲਟ ਵਾਜ਼ ਡਿਜ਼ਾਸਟਰਸ। ਜਦੋਂ ਇਬਰਾਹਿਮ ਲੋਧੀ ਆ ਕੇ ਜਿਹੜਾ ਅਫਗਾਨਾਂ ਦੇ ਨਾਲ ਆਪਣਾ ਤੋੜ ਲੈਂਦਾ ਨਾਤਾ ਤੇ ਉਸ ਤੋਂ ਬਾਅਦ ਫਿਰ ਲੋਧੀ ਵੰਸ਼ ਦੀ ਹੋ ਜਾਂਦੀ ਹੈ ਸਮਾਪਤੀ। ਸੋ ਬੇਸਿਕਲੀ ਬਹਿਲੋਲ ਲੋਧੀ ਜਿਹੜਾ 1499 ਦੇ ਵਿੱਚ ਇਹਦਾ ਟਾਈਮ ਪੀਰੀਅਡ ਸਮਾਪਤ ਹੋ ਜਾਂਦਾ ਵਾ। ਹੁਣ ਤੁਸੀਂ ਯਕੀਨ ਕਰੋ ਕਿ ਇਹੋ ਜਿਹੇ ਕੁਐਸਚਨ ਵੀ ਪੁੱਛੇ ਜਾਂਦੇ ਹੁੰਦੇ ਆ ਕਿ ਬਹਿਲੋਲ ਲੋਧੀ ਮੈਚ ਆਫ ਦਾ ਫਾਲੋਇੰਗ 1451 ਤੋਂ ਲੈ ਕੇ 1499, ਸਿਕੰਦਰ ਲੋਧੀ ਆ ਜਾਂਦਾ 1499 ਤੋਂ ਲੈ ਕੇ 1517, ਫਿਰ ਉਸ ਤੋਂ ਬਾਅਦ ਇਬਰਾਹਿਮ ਲੋਧੀ 1517 ਤੋਂ ਲੈ ਕੇ 1526। ਸੋ ਬੇਸਿਕਲੀ ਇਹੋ ਜਿਹੇ ਕੁਐਸਚਨ ਵੀ ਮੈਚ ਆਫ ਦਾ ਫਾਲੋਇੰਗ ਦੇ ਵਿੱਚ ਪੁੱਛੇ ਜਾਂਦੇ ਆ, ਨਹੀਂ ਕ੍ਰੋਨੋਲੋਜੀਕਲੀ ਵੀ ਪੁੱਛੇ ਜਾਂਦੇ ਆ ਵੀ ਕੌਣ ਕਿਵੇਂ ਕਦੋਂ ਆਇਆ। ਸੋ ਇਹਨਾਂ ਨੂੰ ਨਾਲ ਦੀ ਨਾਲ ਤੁਸੀਂ ਯਾਦ ਕਰਦੇ ਜਾਣਾ। ਬਾਕੀ ਗਰੰਟੀ ਮੇਰੀ ਹੈ ਕਿ ਤੁਹਾਨੂੰ ਕਲਾਸ ਤੋਂ ਬਾਅਦ ਰਿਪੀਟ ਕਰਨ ਦੀ ਵੀ ਲੋੜ ਨਹੀਂ ਪਊਗੀ, ਬਸ ਕਲਾਸ ਨੂੰ ਧਿਆਨ ਦੇ ਨਾਲ ਸੁਣ ਲਿਓ, ਰਾਈਟ। ਸੋ ਆਪਾਂ ਬਹਿਲੋਲ ਲੋਧੀ ਦੀ ਬਿਹਾਫ ਤੇ ਪੜ੍ਹ ਲਿਆ। ਅੱਛਾ, ਇਹਨਾਂ ਨੂੰ ਆਪਾਂ ਉਸ ਬਿਹਾਫ ਤੇ ਨਹੀਂ ਪੜ੍ਹ ਰਹੇ ਜਿਵੇਂ ਆਪਾਂ ਮੈਡੀਵਲ ਹਿਸਟਰੀ ਪੜ੍ਹਦੇ ਹਾਂ, ਆਪਾਂ ਪੰਜਾਬ ਦੇ ਬਿਹਾਫ ਤੇ ਪੜ੍ਹਨਾ। ਸੋ ਇਹਨੂੰ ਪੰਜਾਬ ਜੀਕੇ ਕਹਿੰਦੇ ਆ। ਜੇਕਰ ਤੁਸੀਂ ਲੋਧੀ ਵੰਸ਼ ਨੂੰ ਪੂਰੀ ਡਿਟੇਲ ਦੇ ਵਿੱਚ ਪੜ੍ਹਨਾ ਹੋਵੇ ਤਾਂ ਉਹ ਮੈਡੀਵਲ ਹਿਸਟਰੀ ਦੇ ਵਿੱਚ ਆਊਗਾ, ਜਿਹੜਾ ਕਿ ਤੁਹਾਨੂੰ ਹੋਰ ਸਰ ਕਰਾਉਣਗੇ। ਸੋ ਸਿਕੰਦਰ ਲੋਧੀ ਆ ਗਿਆ। ਹੁਣ ਬਹਿਲੋਲ ਲੋਧੀ ਦਾ ਪੁੱਤਰ ਹੈ। ਬਹਿਲੋਲ ਲੋਧੀ ਦੇ ਪੁੱਤਰ ਜਿਹੜਾ ਹੈਗਾ ਉਹ ਸਿਕੰਦਰ ਲੋਧੀ ਬਹਿਲੋਲ ਲੋਧੀ ਦੀ ਡੈਥ ਤੋਂ ਬਾਅਦ ਆਉਂਦਾਗਾ, ਇਹਦਾ ਸੁਕਸੈਸਰ ਬਣਦਾਗਾ, ਦਿੱਲੀ ਸਲਤਨਤ ਦੇ ਤਖਤ ਤੇ ਬਹਿ ਜਾਂਦਾਗਾ। ਓਕੇ, ਤੇ ਇਹ ਜਿਹੜਾ ਰੂਲ ਕਰਦਾਗਾ 1517 ਤੱਕ ਕਰਦਾਗਾ। ਮੁਸਲਿਮ ਹਿਸਟੋਰੀਅਨ ਕਹਿੰਦੇ ਆ ਵੀ ਵਾਜ਼ ਸਪੀਕ ਵੈਰੀ ਹਾਈਲੀ ਸਿਕੰਦਰਜ਼ ਲਵ ਆਫ ਜਸਟਿਸ ਆਫ ਵਿਜ਼ਡਮ ਐਂਡ ਬੈਨੀਵੋਲੈਂਸ, ਯਾਨੀ ਕਿ ਬਹੁਤ ਪੱਕਾ ਸੀ, ਹਿੰਦੀ ਸੀ, ਆਪਣਾ ਜਸਟਿਸ ਜਿਹੜਾ ਲੋਕਾਂ ਦੇ ਨਾਲ ਕਰਦਾ ਸੀਗਾ, ਵਿਜ਼ਡਮ ਸੀ, ਬੈਨੀਵੋਲੈਂਸ। ਬਟ ਜਿਹੜਾ ਹਿੰਦੂ ਕਮਿਊਨਿਟੀ ਨਾਲ ਸੀਗੇ ਇਹਦੇ ਬਾਹਲੇ ਜ਼ਿਆਦਾ ਵਧੀਆ ਰਿਲੇਸ਼ਨ ਨਹੀਂ ਸੀਗੇ। ਜਿਹੜਾ ਆਪਾਂ ਕਾਈਂਡਨੈਸ ਦੇਖਦੇ ਹਾਂ, ਲਵ ਦੇਖਦੇ ਹਾਂ, ਜਸਟਿਸ ਦੇਖਦੇ ਹਾਂ,
ਇਹ ਸਿਰਫ ਮੁਸਲਿਮ ਕਮਿਊਨਿਟੀ ਦੇ ਨਾਲ ਹੀ ਸੀਗਾ, ਬਟ ਹਿੰਦੂਆਂ ਦੇ ਨਾਲ ਇਹੋ ਜਿਹਾ ਵਿਤਕਰਾ ਇਹ ਨਹੀਂ ਕਰਦਾ ਸੀ, ਯਾਨੀ ਹਿੰਦੂਆਂ ਦੇ ਨਾਲ ਇਹਦਾ ਰਾਬਤਾ ਜਿਹੜਾ ਬਹੁਤ ਵਧੀਆ ਨਹੀਂ ਸੀਗਾ। ਤੇ ਬਹੁਤ ਸਾਰੇ ਮੰਦਿਰ, ਹਿੰਦੂ ਟੈਂਪਲ ਜਾਂ ਜਿਹੜੇ ਬਹੁਤ ਸਾਰੇ ਮੰਦਿਰਾਂ ਨੂੰ ਬਦਲ ਕੇ ਇਹਨਾਂ ਨੇ ਮਤਲਬ ਜਿਹੜੀਆਂ ਮਸਜਿਦ ਵਗੈਰਾ ਬਣਾਤੀਆਂ, ਮੌਸਕ ਵਗੈਰਾ ਬਣਾਤੇ। ਸੋ ਇੱਕ ਵਾਰੀ ਇਹਨਾਂ ਨੇ ਪਲਾਨ ਕੀਤਾਗਾ, ਥਾਊਜ਼ੈਂਡਸ ਆਫ ਦਾ ਹਿੰਦੂਜ਼ ਨੂੰ ਇਕੱਠਾ ਕਰਕੇ ਉੱਥੇ ਉਹਨਾਂ ਨੂੰ ਮਾਰਿਆ ਗਿਆ। ਕੁਰਕਸ਼ੇਤਰਾ ਫੇਅਰ ਸੀਗਾ, ਜਿਵੇਂ ਆਪਣੇ ਕੁਰਕਸ਼ੇਤਰਾ ਮੇਲਾ ਲੱਗਦਾ ਹੁੰਦਾ, ਉੱਥੇ ਬਹੁਤ ਸਾਰੇ ਹਿੰਦੂਆਂ ਨੂੰ ਮਾਰਿਆ ਗਿਆ, ਰਾਈਟ। ਤੇ ਬਟ ਜਿਹੜਾ ਐਡਵਾਈਜ਼ਰ ਮੀਆਂ ਅਬਦੁੱਲਾ ਸੀਗਾ, ਸਟਾਪਡ ਹਿਮ ਫਰੋਮ ਡੂਇੰਗ, ਯਾਨੀ ਇਹ ਕੰਮ ਕਰਨ ਤੋਂ ਮਨਾ ਕੀਤਾਗਾ। ਹੁਣ ਦੇਖੋ ਇੱਥੇ ਨਾ ਤਾਂ ਕੁਰਕਸ਼ੇਤਰਾ ਇੰਪੋਰਟੈਂਟ ਹੈ, ਨਾ ਹੀ ਇਹ ਇੰਪੋਰਟੈਂਟ ਹੈ ਵੀ ਕਿੰਨਿਆਂ ਨੂੰ ਮਾਰਿਆ ਗਿਆ। ਹਾਲਾਂਕਿ ਪਲਾਨ ਕੀਤਾ ਸੀਗਾ, ਉਹ ਪਲਾਨ ਤੋਂ ਪਹਿਲਾਂ ਹੀ ਇਹਨੇ ਯਾਨੀ ਕਿ ਠੀਕ ਹੈ ਉੱਥੇ ਹਮਲਾ ਜ਼ਰੂਰ ਕੀਤਾ ਸੀਗਾ, ਬਟ ਬਹੁਤ ਜ਼ਿਆਦਾ ਨਾ ਮਾਰ ਕੇ, ਯਾਨੀ ਕਿ ਜਿਹੜਾ ਮੀਆਂ ਅਬਦੁੱਲਾ ਸੀਗਾ ਬੇਸਿਕਲੀ ਉਹਨਾਂ ਨੇ ਰੋਕਤਾ ਸੀਗਾ ਇਹ ਕੰਮ ਕਰਨ ਤੋਂ ਕਿ ਇਹ ਕੰਮ ਨਾ ਕੀਤਾ ਜਾਵੇ। ਸੋ ਇੱਥੋਂ ਕੁਐਸਚਨ ਕਿਹੜੇ ਪੁੱਛੇ ਜਾਂਦੇ ਆ ਆਮ ਤੌਰ ਤੇ, ਜਿਹੜੇ ਕੁਐਸਚਨ ਤੁਹਾਨੂੰ ਵੇਰੀਅਸ ਐਗਜ਼ਾਮ ਦੇ ਵਿੱਚ ਮਿਲ ਜਾਣਗੇ, ਜਿਵੇਂ ਕਿ ਸਿਕੰਦਰ ਲੋਧੀ ਦਾ ਐਡਵਾਈਜ਼ਰ ਕੌਣ ਹੈ? ਐਡਵਾਈਜ਼ਰ ਕੌਣ ਹੈ? ਮੀਆਂ ਅਬਦੁੱਲਾ। ਹੁਣ ਇਹ ਕਿੱਸਾ ਤਾਂ ਕੁਰਕਸ਼ੇਤਰਾ ਫੇਅਰ ਦਾ, ਬਟ ਇੱਥੇ ਮੀਆਂ ਅਬਦੁੱਲਾ ਜ਼ਰੂਰ ਮਸ਼ਹੂਰ ਹੋ ਗਿਆ, ਰਾਈਟ। ਬਾਕੀ ਮੀਆਂ ਅਬਦੁੱਲਾ ਦੇ ਜਿਹੜਾ ਇੱਕ ਕੀ ਕਹਿੰਦੇ ਹੁੰਦੇ ਆ ਵੀ ਜਿਹੜਾ ਲੋਧੀ ਵੰਸ਼ ਦੇ ਨਾਲ ਜਿਹੜਾ ਰਹਿੰਦਾ ਗਾ, ਉਹ ਪਹਿਲਾਂ ਮੀਆਂ ਅਬਦੁੱਲਾ ਆਪਣੇ ਬਹਿਲੋਲ ਲੋਧੀ ਦੇ ਨਾਲ ਵੀ ਸੀਗਾ, ਸਿਕੰਦਰ ਲੋਧੀ ਦੇ ਨਾਲ ਤਾਂ ਆ ਹੀ ਗਿਆ, ਰਾਈਟ। ਸੋ ਬੇਸਿਕਲੀ ਸਿਕੰਦਰ ਲੋਧੀ ਜਿਹੜਾ ਹੈਗਾ 1517 ਤੱਕ ਜਿਹੜਾ ਰਾਜ ਕਰਦਾ ਹੈਗਾ ਆਫਟਰ ਹਿਸ ਫਾਦਰ ਬਹਿਲੋਲ ਲੋਧੀ। ਸੋ ਮੈਂ ਤੁਹਾਨੂੰ ਇੱਕ ਮੂਵੀ ਦੇ ਵਿੱਚ ਲੈ ਕੇ ਗਿਆ, ਇਸੇ ਮੂਵੀ ਨੂੰ ਮੈਂ ਤਾਂ ਕਰਕੇ ਕਹਿਣਾ ਵੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ, ਕਿਉਂਕਿ ਤੁਹਾਨੂੰ ਰਿਪੀਟ ਕਰਨਾ ਨਾ ਪਵੇ। ਮੈਂ ਤੁਹਾਨੂੰ ਸਿੰਪਲ ਜੀ ਗੱਲ ਕੀਤੀ ਹੈ ਕਿ ਬਹਿਲੋਲ ਲੋਧੀ ਆਇਆ, ਬਹਿਲੋਲ ਲੋਧੀ 1451 ਦੇ ਵਿੱਚ ਆਉਂਦਾ ਹੈਗਾ, ਤੇ ਉਸ ਤੋਂ ਬਾਅਦ ਉਹਦੀ ਕੰਡੀਸ਼ਨਾਂ ਜਿਹੜੀਆਂ ਪੋਲੀਟੀਕਲ ਕੰਡੀਸ਼ਨ ਆਪਾਂ ਪੜ੍ਹਦੇ ਹਾਂ, ਅਫਗਾਨਾਂ ਦੇ ਨਾਲ ਵਧੀਆ ਬਣਾ ਕੇ ਰੱਖਦਾ, ਏਬਲ ਰੂਲਰ ਸੀਗਾ ਬਹਿਲੋਲ ਲੋਧੀ, ਤੇ ਉਹਦਾ 1451 ਤੋਂ ਲੈ ਕੇ 1499 ਤੱਕ ਰਹਿੰਦਾ ਗਾ। ਉਸ ਤੋਂ ਬਾਅਦ ਉਹਦਾ ਪੁੱਤਰ ਆ ਜਾਂਦਾ ਸਿਕੰਦਰ ਲੋਧੀ। ਸਿਕੰਦਰ ਲੋਧੀ ਜਿਹੜਾ 1517 ਤੱਕ ਰਹਿੰਦਾ ਗਾ ਤੇ ਦਿੱਲੀ ਦੇ ਤਖਤ ਤੇ ਬਹਿ ਜਾਂਦਾ ਗਾ, ਓਕੇ। ਸਿਕੰਦਰ ਲੋਧੀ ਹੈ ਜਿਹੜਾ ਬੇਸਿਕਲੀ ਇਹ ਮੁਸਲਿਮਾਂ ਦੇ ਨਾਲ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਰਹਿੰਦਾ ਗਾ, ਜਸਟਿਸ ਵਗੈਰਾ ਕਰਦਾ ਗਾ, ਲਵ ਬੈਨੀਫਿਲੈਂਟ ਵਗੈਰਾ ਰਹਿੰਦਾ ਗਾ, ਕਾਈਂਡਨੈਸ। ਸੋ ਬੇਸਿਕਲੀ ਉਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਵੀ ਹਿੰਦੂਆਂ ਦੇ ਨਾਲ ਇਹ ਵਧੀਆ ਨਹੀਂ ਰਹਿੰਦਾ, ਤੇ ਮੰਦਿਰਾਂ ਨੂੰ ਢਾਹ ਕੇ ਉੱਥੇ ਮਸਜਿਦਾਂ ਵਗੈਰਾ ਬਣਦੀਆਂ ਰਹਿੰਦੀਆਂ ਸੀ। ਸੋ ਇਸ ਕਰਕੇ ਇਹਨਾਂ ਨੇ ਪਲਾਨ ਵਗੈਰਾ ਬਣਾਇਆ ਕੁਰਕਸ਼ੇਤਰਾ ਫੇਅਰ ਦਾ, ਉੱਥੇ ਐਡਵਾਈਜ਼ਰ ਆ ਗਿਆ ਤੁਹਾਡਾ ਮੀਆਂ ਅਬਦੁੱਲਾ। ਸੋ ਮੀਆਂ ਅਬਦੁੱਲਾ ਐਡਵਾਈਜ਼ਰ ਹੋ ਗਿਆ, ਇਹ ਤੁਸੀਂ ਯਾਦ ਰੱਖਣਾ ਹੈ। ਸੋ ਇਹ ਕ੍ਰੋਨੋਲੋਜੀਕਲੀ ਸਾਰਾ ਕੁਝ ਤੁਸੀਂ ਯਾਦ ਰੱਖਣਾ। ਤੇ ਇਸ ਤੋਂ ਬਾਅਦ ਆ ਗਿਆ ਸਿਕੰਦਰ ਲੋਧੀ ਦਾ ਇਬਰਾਹਿਮ ਲੋਧੀ ਆ। ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਹੈ। ਸੋ ਸਿਕੰਦਰ ਲੋਧੀ ਦੀ ਡੈਥ ਤੋਂ ਬਾਅਦ ਇਬਰਾਹਿਮ ਲੋਧੀ ਸੁਕਸੀਡਡ ਹਿਮ ਇਨ 1517। ਸੋ ਸਿਕੰਦਰ ਲੋਧੀ ਦਾ ਜਿਹੜਾ ਟਾਈਮ ਪੀਰੀਅਡ ਆ ਉਹ 1517 ਤੱਕ ਰਹਿੰਦਾ ਗਾ, ਐਂਡ ਜਿਹੜਾ ਇਬਰਾਹਿਮ ਲੋਧੀ ਆ ਉਹਦਾ ਟਾਈਮ ਪੀਰੀਅਡ 1517 ਤੋਂ ਲੈ ਕੇ 1526 ਤੱਕ ਰਹੂਗਾ। ਫਿਰ 1526 ਦੇ ਵਿੱਚ ਆਪਾਂ ਪਾਣੀਪਤ ਦੀ ਪਹਿਲੀ ਲੜਾਈ ਪੜ੍ਹਦੇ ਹਾਂ ਬਾਬਰ ਦੇ ਨਾਲ, ਰਾਈਟ। ਸੋ ਹੀ ਕੰਟੀਨਿਊਡ ਦਾ ਐਂਟੀ ਹਿੰਦੂ ਪਾਲਿਸੀਜ਼, ਓਬਵੀਅਸਲੀ ਗੱਲ ਹੈ ਸਿਕੰਦਰ ਲੋਧੀ ਵੀ ਸੀਗਾ, ਹਾਲਾਂਕਿ ਬਹਿਲੋਲ ਲੋਧੀ ਵੀ ਜਿਹੜਾ ਐਂਟੀ ਹਿੰਦੂ ਪਾਲਿਸੀ ਦੇ ਨਾਲ ਹੀ ਸੀਗਾ। ਸੋ ਇਹ ਸਾਰੇ ਹੀ ਐਂਟੀ ਹਿੰਦੂ ਪਾਲਿਸੀ ਦੇ ਨਾਲ ਚੱਲੇ ਆ। ਹੀ ਫੋਲੋਡ ਵੈਰੀ ਸਟ੍ਰਿਕਟ ਪਾਲਿਸੀ ਟੁਵਾਰਡਸ ਅਫਗਾਨ ਚੀਫ। ਅੱਛਾ, ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਅਫਗਾਨਾਂ ਦੇ ਨਾਲ ਲੋਧੀ ਵੰਸ਼ ਦੀ ਬਹੁਤ ਬਣੀ ਹੈ, ਤੇ ਲੋਧੀ ਨੇ ਅਫਗਾਨਾਂ ਦੇ ਨਾਲ ਰਲ ਕੇ ਹੀ ਰਾਜ ਕੀਤਾ, ਬਟ ਇਬਰਾਹਿਮ ਲੋਧੀ ਜਿਹੜਾ ਸੀਗਾ, ਇਬਰਾਹਿਮ ਲੋਧੀ ਨੇ ਬੁਰੀ ਤਰ੍ਹਾਂ ਆਪਣੀ ਹਿੰਦੂਆਂ ਦੇ ਨਾਲ ਤਾਂ ਚਲੋ ਕੱਟੜਤਾ ਇਹਨਾਂ ਦੀ ਪਹਿਲਾਂ ਹੀ ਸੀ, ਇਹਨਾਂ ਨੇ ਅਫਗਾਨਾਂ ਦੇ ਨਾਲ ਵੀ ਆਪਣੀ ਫਰੈਂਡਸ਼ਿਪ ਆ ਜਿਹੜੀ ਉਹ ਖਤਮ ਕਰ ਲਈ। ਈਵਨ ਕਿ ਇਬਰਾਹਿਮ ਲੋਧੀ ਜਿਹੜਾ ਸੀਗਾ, ਇਹਨੇ ਲੋਧੀ ਵੰਸ਼ ਦੇ ਹੋਰ ਜਿਹੜੇ ਸ਼ਾਸਕ ਆ, ਜਿਵੇਂ ਪੰਜਾਬ ਦੇ ਸ਼ਾਸਕ ਸੀਗੇ, ਉਹਨਾਂ ਨਾਲ ਵੀ ਵਿਗਾੜ ਲਈ। ਸੋ ਲੋਧੀ ਵੰਸ਼ ਐਂ ਕਹਿ ਲਓ ਵੀ ਸਮਾਪਤੀ ਦੇ ਵੱਲ ਵਧਣ ਦਾ ਕਾਰਨ ਸਿਰਫ ਇਬਰਾਹਿਮ ਲੋਧੀ ਦੀਆਂ ਮੂਰਖਤਾਨਾ ਹਰਕਤ ਸੀਗੀ। ਇਸੇ ਕਰਕੇ ਨਾ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵੀ ਲੋਧੀ ਵੰਸ਼ ਦਾ ਜਿਹੜਾ ਮੂਰਖ ਸ਼ਾਸਕ ਕੌਣ ਸੀਗਾ, ਫੂਲਿਸ਼ ਰੂਲਰ ਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਗਾ, ਜਿਵੇਂ ਆਪਾਂ ਮੁਗਲਾਂ ਦੇ ਵਿੱਚ ਵੀ ਪੜ੍ਹਦੇ ਹਾਂ ਹਨਾ, ਜਾਂ ਤੁਗਲਕ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਫੂਲਿਸ਼ ਰੂਲਰ ਕੌਣ ਸੀਗਾ। तो इसे तरीके दे नाल लोधी वंश का जिहड़ा मूर्ख शासक सीगा वह इब्राहिम लोधी सीगा। सो कॉन्सिक्वेंटली रिवॉल्ट्स broke out in the sultanate and the sultanate could not control them। इसे करके इहनूं की कहा जांदा गा foolish ruler of लोधी dynasty। लोधी वंश का हुण खात्मा हो जाता। हुण आपां इह तां एक वारी ओवरव्यू ले लिया कि हाँ जी इब्राहिम लोधी आया, उस तो बाद सिकंदर लोधी आया, उस तो बाद इब्राहिम लोधी आया, बट पंजाब ते की असर होया आपां तां कंडीशनां पंजाब दीयां पढ़ रही हैं। सो हुण पंजाब बारे आपां चर्चा करदे हैं कि पंजाब ते उस टाइम ते कौन कौन रूलर सीगे, किवें किवें उन्हां ने रूल कीता गा। चलो आपां पढ़दे हां दा पंजाब अंडर दा लोधी। हुण इहदे बारे आपां चर्चा करनी है। सो बेसिकली ततार खान लोधी आ, जिहड़ा ततार खान लोधी नूं अपॉइंट कीता जांदा 1469 दे विच बहलोल लोधी द्वारा। यह बहलोल लोधी का कजन ब्रदर हुंदा गा, मामे का मुंडा हुंदा आई थिंक, ठीक है। सो ततार खान लोधी है बेसिकली पंजाब का बनता गवर्नर। बहलोल लोधी अपॉइंटेड ततार खान लोधी एज द गवर्नर ऑफ पंजाब इन 1469। इहनूं याद करन दा ढंग सिर्फ यही है कि 1469 दे विच बाबा नानक जी का जन्म होया गा ते उस टाइम ते पंजाब का रूलर कौन है? ततार खान। ही रूल्ड ओवर पंजाब
विद एन आयरन हैंड टिल 1485 तक इन्हें राज किया। ही रेज्ड द बैनर ऑफ रिवोल्ट अगेंस्ट बहलोल लोधी इन 1485 ड्यू टू सम रीजनस। बहलोल लोधी ने पंजाब का गवर्नर जरूर बनाया सी, बट किसी कारण करके यदि बहलोल लोधी दे नाल बनी नहीं, यानी कि लोधी वंश नाल इन्हें ततार खान जिहड़ा हैगा बहलोल लोधी नाल इन्हें अपना राबता जिहड़ा हैगा उहनूं खराब कर लिया। तो उस तो बाद बहलोल लोधी अपने पुत्र जिहदा नाम सी सिकंदर लोधी, तो सिकंदर लोधी का ओरिजिनल नेम की है ये जरूर याद रखना, प्रिंस निजाम खान। प्रिंस निजाम खान। सो तुहानूं भी पता कि 1451 ਦੇ ਵਿੱਚ बहलोल लोधी आउंदा। उस तो बाद आपां पढ़दे हां कि 1517 तक आ जिहड़ा बेसिकली 1485 ਦੇ ਵਿੱਚ 1485 ਦੇ ਵਿੱਚ कौन आउंदा गा तुहाडा यही आ जाता गा अपना 1499 ਦੇ ਵਿੱਚ कौन आ जाता गा सिकंदर लोधी आ जाता। ठीक है, सिकंदर लोधी का जिहड़ा ओरिजिनल नेम है वो प्रिंस निजाम खान। सो बेसिकली ततार खान नूं बनाउंदा बहलोल लोधी है। बहलोल लोधी दे नाल विगाड़ हो जाता, तो उस तो बाद बहलोल लोधी अपने पुत्र प्रिंस निजाम खान जां सिकंदर लोधी नूं भेज दिंदा। ते सिकंदर लोधी की करदा गा बहलोल लोधी नूं तख्त तो ला भी दिंदा ते इहनूं मार भी दिंदा। राइट, सो सिकंदर लोधी की करदा गा हू लेटर सक्सीडेड टू द थ्रोन ऑफ सिकंदर लोधी टू क्रश द रिवोल्ट ऑफ ततार खान। ततार खान वाज किल्ड वाइल फाइटिंग विद प्रिंस निजाम खान। सो एक बारी आप पूरे इंडिया के बेस से पढ़िया गा बहलोल सिकंदर ते इब्राहिम, ते एक आप पंजाब के बेस से पढ़ांगे जिहदे विचों ततार खान बारे तुसीं पढ़ चुके हो। ते ततार खान नूं मारिया सिकंदर लोधी ने। राइट, इधर भी इन्हां दे पुत्र पुत्री चल रहा है तो इधर भी इन्हां दे पुत्र पुत्री चलणगे। सो सारा कुछ ध्यान दे नाल सीक्वेंस वाइज क्रोनोलॉजिकली वाइज पढ़ते जाना है। ओके, सो ततार खान लोधी दा वंश भी जिहड़ा समाप्त हुंदा गा। ते ततार खान लोधी दा जिहड़ा पुत्र आ वो हुंदा जी दौलत खान लोधी। दौलत खान लोधी नूं अपॉइंट करने वाला होर कोई नहीं हुंदा, उही हुंदा जिहड़ा जिन्हें इहदे पापे नूं मारिया हुंदा, यानी कि सिकंदर लोधी। ठीक है, ये आम तौर पर तुसीं हिस्टरी दे विच चलदा रहिंदा सीगा। राइट, सो बेसिकली दौलत खान लोधी ना जिहड़ा सीगा ये 1500 दे विच पंजाब दा गवर्नर बनाया गया। किहदे द्वारा? सिकंदर लोधी द्वारा। किहदे द्वारा बनाया गया? सिकंदर लोधी द्वारा। तो यह मतलब 1485 ਦੇ ਵਿੱਚ जेकर ततार खान ਨੂੰ मारिया गया तो 1500 तक यानी कि लोधी वंश ਜਿਹੜਾ डायरैक्टली ਉਹ ਰਿਹਾ ਗਾ अंडर, पहला तो थोड़ा टाइम बहलोल लोधी ਦੇ अंडर ਰਿਹਾ गा, ਤੇ ਫਿਰ ਉਸ ਤੋਂ ਬਾਅਦ ਜਦੋਂ 1499 ਦੇ ਵਿੱਚ सिकंदर लोधी ਬਣਿਆ ਗਾ ਤਾਂ ਉਦੋਂ सिकंदर लोधी ਦੇ अंडर चला गया। राइट, सो बेसिकली दौलत खान लोधी है जिहड़ा यह ततार खान का पुत्र है, तो सुल्तान सिकंदर लोधी जिहड़ा अपॉइंट कर दिंदा गवर्नर ऑफ पंजाब इन 1500 ਦੇ ਵਿੱਚ। राइट, ही रिमेन्ड फुली लॉयल ड्यूरिंग द रेन ऑफ सिकंदर लोधी। सिकंदर लोधी के टाइम पीरियड ते यह बिल्कुल लॉयल रहिंदा गा, दौलत खान लोधी की पूरी वधिया बनती है। बट वी स्टार्टड थिंकिंग ऑफ बिकमिंग इंडिपेंडेंट विद द कॉरपोरेशन ऑफ हिज 3 सन्स। ही आऊगा इत्थे गाजी खान, हाजी खान एंड दिलावर खान। सिकंदर लोधी दे जिहड़ा दौलत खान लोधी सीगा ਉਹਦੇ भी 3 पुत्र सीगे। ते तिन्ने पुत्रां नाल मिल के ਇਹਨੇ बेसिकली एक प्लान बनाया कि आपां पूरे दिल्ली ते कब्जा करना गा। राइट, सो दिल्ली ते कौन कौन राज कर रहा है? बहलोल लोधी चलिया गया 1499 ਦੇ ਵਿੱਚ। हुण सिकंदर लोधी आ, सिकंदर लोधी दे नाल इहदी वधिया बनी आ, बट ਇਹ की करदा गा भी गाजी खान, हाजी खान ते दिलावर खान दे नाल मेल जोड़ कर लेंदा, यानी कि अपने पुत्रां दे नाल। ते दौलत खान लोधी कहंदा भी आपां हुण इंडिया ते राज करांगे, लालच आ जांदा गा। राइट, ये कदों हुंदा गा? जदों इब्राहिम लोधी आ जांदा। सिकंदर लोधी दे टाइम ते वधिया रहिंदा, सिकंदर लोधी दे टाइम ते कोई प्रॉब्लम नहीं हुंदी, सब कुछ वधिया चलदा गा। बट इब्राहिम लोधी दे नाल इहदी विगड़ जांदी है। राइट, क्योंकि इब्राहिम लोधी नूं पसंद नहीं करते। सो ही स्टार्टड कंस्पायरिंग जिहड़ा हैगा विद आलम खान लोधी, स्टैप ब्रदर ऑफ सुल्तान इब्राहिम लोधी। उहदे नाल मेल मिलाप कर लैंदा ते हू वांटेड द थ्रोन ऑफ दिल्ली फॉर हिमसेल्फ, यानी कि दिल्ली तख्त नूं चाहुंदे आ। सो बेसिकली इब्राहिम लोधी दी षड्यंत्र रचदे आ कि आप इब्राहिम लोधी नूं मारीए ते उस तो बाद दिल्ली दे तख्त ते बैठीए। राइट, ज़्यादा उलझनबाजी वाली गल है ही नहीं, मैं सिंपल जी गल ही कही है कि भाई उधर तो सेंटर वाला तो लैवल अड रह गया, इधर आप पंजाब दे विच षड्यंत्र रच रहे हैं कि पहले ततार खान है, ततार खान नूं सिकंदर लोधी मार दिंदा गा, उस तो बाद दौलत खान लोधी आउंदा, इहनूं सिकंदर लोधी ही अपॉइंट करदा 1500 दे विच। ते उस तो बाद दौलत खान लोधी है जिहड़ा बेसिकली ये अपने पुत्रां नाल गाजी खान, हाजी खान ते दिलावर खान दे नाल मेल मिलाप करके इब्राहिम लोधी नूं ढाउण नूं फिरदे हुंदे कि इब्राहिम लोधी नूं आपां सिट लईए किसी ढंग दे नाल ते दिल्ली दे तख्त ते बह जाइए। हैल्प भी लैंदे आलम खान लोधी जिहड़ा कि आप भी दिल्ली दे तख्त अपनाउणा चाहुंदा सी। सो ये स्टोरी। इस तो बाद जेकर आपां गल करिए भी वैन दा सुल्तान जिहड़ा इब्राहिम लोधी सीगा, जदों उहनूं पता लगदा गा कि दौलत खान लोधी है जिहड़ा वो मेरे प्रति षड्यंत्र रच रहा है, तो उन्हें की कीता, एक समन जारी करदा गा इब्राहिम लोधी ते वो कहंदा गा भी भाई दौलत खान नूं पेश किया जाए रॉयल कोर्ट दे विच, यानी कि दिल्ली तख्त ते उहनूं पेश किया जाए। दौलत खान लोधी है जिहड़ा
ਉਹ ਆਪ ਤਾਂ ਜਾਂਦਾ ਨਹੀਂ, ਆਪਣੇ ਛੋਟੇ ਪੁੱਤਰ ਨੂੰ ਭੇਜ ਦਿੰਦਾ ਜਿਹਦਾ ਨਾਮ ਹੈ ਦਿਲਾਵਰ ਖਾਨ। ਜਦੋਂ ਦਿਲਾਵਰ ਖਾਨ ਉੱਤੇ ਪਹੁੰਚ ਜਾਂਦਾ ਤਾਂ ਦਿਲਾਵਰ ਖਾਨ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ, ਬਹੁਤ ਜ਼ਿਆਦਾ ਮਾਰਿਆ ਜਾਂਦਾ। ਹੀ ਵਾਜ਼ ਟੇਕਨ ਪ੍ਰਿਜ਼ਨਰ ਬਾय ਦ ਸੁਲਤਾਨ, ਫੜ ਲਿਆ ਜਾਂਦਾ ਉਹਨੂੰ, ਤੇ ਹੀ ਮੈਨੇਜ ਟੂ ਐਸਕੇਪ ਫਰੋਮ ਦ ਪ੍ਰਿਜ਼ਨ ਐਂਡ ਕੁਇਕਲੀ ਰੀਚਡ ਪੰਜਾਬ। ਉਸ ਤੋਂ ਬਾਅਦ ਕੀ ਕਰਦਾ ਵੀ ਮਸਾਂ ਯਾਨੀ ਕਿ ਦਿਲਾਵਰ ਖਾਨ ਆ ਜਿਹੜਾ ਮਸਾਂ ਖਹਿੜਾ ਛੜਾ ਕੇ ਉੱਥੋਂ ਮਸਾਂ ਭੱਜਦਾ ਯਾਨੀ ਕਿ ਤੇ ਪੰਜਾਬ ਦੇ ਵਿੱਚ ਆ ਜਾਂਦਾ। ਤੇ ਉਸ ਤੋਂ ਬਾਅਦ ਦੌਲਤ ਖਾਨ ਲੋਧੀ ਕੀ ਕਹਿੰਦਾ ਗਾ, ਯਾਨੀ ਕਿ ਜਿਹੜਾ ਵੀ ਮੇਰੇ ਪੁੱਤਰ ਦਾ ਬਦਲਾ ਹੁਣ ਲਿਆ ਜਾਊਗਾ। ਦਿਲਾਵਰ ਖਾਨ ਕਿਉਂਕਿ ਪੁੱਤਰ ਹੁੰਦਾ ਦੌਲਤ ਖਾਨ ਲੋਧੀ ਦਾ, ਤੇ ਉਹ ਜਦੋਂ ਪਤਾ ਲੱਗਦਾ ਵੀ ਦਿਲਾਵਰ ਖਾਨ ਨਾਲ ਐਵੇਂ ਹੋਈ ਆ, ਤੇ ਦਿਲਾਵਰ ਖਾਨ ਜਦੋਂ ਸਾਰੇ ਬੀਤੇ ਬਿਆਨ ਆਪਣੇ ਘਰੇ ਆ ਕੇ ਦੱਸਦਾ ਗਾ, ਪੰਜਾਬ ਦੇ ਵਿੱਚ ਆ ਕੇ ਦੱਸਦਾ ਗਾ, ਤਾਂ ਦੌਲਤ ਖਾਨ ਲੋਧੀ ਫਿਰ ਕੀ ਕਰਦਾ ਗਾ, ਬਾਬਰ, ਤਾਂ ਬਾਬਰ ਨੂੰ ਬੁਲਾਇਆ ਜਾਂਦਾ ਗਾ, ਰਾਈਟ। ਸੋ ਬਾਬਰ ਦੀ ਬੇਸਿਕਲੀ ਜਿਹੜੀ ਐਂਟਰੀ ਹੁੰਦੀ ਆ ਉਹ ਇਸ ਤਰੀਕੇ ਦੇ ਨਾਲ ਐਂਟਰੀ ਹੁੰਦੀ ਆ। ਬਹੁਤ 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 ਇੰਪੋਰਟੈਂਟ ਕੁਐਸਚਨ ਹੈ ਕਿ ਬਾਬਰ ਨੂੰ ਕਿੱਥੋਂ ਕੌਣ ਕਿਵੇਂ ਬੁਲਾਉਂਦਾ ਗਾ, ਰਾਈਟ। ਕਿਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸੋ ਮੈਂ ਇੱਕ ਵਾਰੀ ਜਲਦੀ ਤੋਂ ਜਲਦੀ ਰਿਪੀਟ ਕਰੂੰਗਾ, ਆਪਾਂ ਐਂਡ ਦੇ ਵਿੱਚ ਕੁਐਸਚਨ ਵੀ ਕਰਾਂਗੇ। ਹਾਲਾਂਕਿ ਬਾਬਰ ਬਾਰੇ ਪੜਾਂਗੇ ਸਾਰਾ ਕੁਝ ਹੈ ਜੀ, ਡੂ ਨਾਟ ਵਰੀ, ਜੀ ਕਲਾਸ ਵਗੈਰਾ ਬਾਬਰ ਦੇ ਨਾਲ ਸਾਰਾ ਕੁਝ ਪੜਨਾਗਾ ਆਪਾਂ। ਸੋ ਮੈਂ ਤੁਹਾਨੂੰ ਕੀ ਕਿਹਾਗਾ ਵੀ ਇੱਕ ਪਾਸੇ ਆਪਾਂ ਸਿਰਫ ਇਹ ਚੀਜ਼ਾਂ ਪੜ੍ਹਦੇ ਆ ਕਿ ਭਾਈ ਇਧਰ ਤੁਹਾਡਾ ਆ ਗਿਆ ਬਹਿਲੋਲ ਲੋਧੀ, ਇਧਰ ਤੁਹਾਡਾ ਆ ਗਿਆ ਕੌਣ ਪਹਿਲਾਂ ਸਿਕੰਦਰ ਲੋਧੀ, ਤੇ ਇਧਰ ਕੌਣ ਆ ਗਿਆ ਤੁਹਾਡਾ ਇਬਰਾਹਿਮ ਲੋਧੀ। ਆਹ ਸੈਂਟਰ ਦੇ ਬੇਸ ਤੇ ਕੰਮ ਕਰ ਰਹੇ ਆ। ਬਹਿਲੋਲ ਲੋਧੀ ਕੀ ਕਰਦਾਗਾ, ਤਤਾਰ ਖਾਨ ਨੂੰ ਅਪਾਇੰਟ ਕਰਦਾਗਾ। ਤਤਾਰ ਖਾਨ ਪਹਿਲਾਂ ਤਾਂ ਠੀਕ ਰਹਿੰਦਾ, ਉਸ ਤੋਂ ਬਾਅਦ ਬਹਿਲੋਲ ਲੋਧੀ ਨਾਲ ਵਿਗੜ ਜਾਂਦੀ ਹੈ, ਤੇ ਬਹਿਲੋਲ ਲੋਧੀ ਕੀ ਕਰਦਾ, ਇਹਦੇ ਪੁੱਤਰ ਨੂੰ ਭੇਜ ਦਿੰਦਾ। ਪੁੱਤਰ ਨੂੰ ਭੇਜ ਦਿੰਦਾ ਤੇ ਸਿਕੰਦਰ ਲੋਧੀ ਜਿਹੜਾ ਉਸ ਟਾਈਮ ਤੇ ਆਪਾਂ ਕਹਿ ਸਕਦੇ ਵੀ ਓਰੀਜਨਲ ਨੇਮ ਜਿਹੜਾ ਸੀਗਾ ਪ੍ਰਿੰਸ ਨਿਜ਼ਾਮ ਖਾਨ ਸੀਗਾ, ਤਤਾਰ ਖਾਨ ਨੂੰ ਮਾਰ ਦਿੰਦਾ 1485 ਦੇ ਵਿੱਚ। ਉਸ ਤੋਂ ਬਾਅਦ 15 ਸਾਲਾਂ ਬਾਅਦ ਤਤਾਰ ਖਾਨ ਦਾ ਪੁੱਤਰ ਹੈ ਜਿਹੜਾ ਦੌਲਤ ਖਾਨ ਲੋਧੀ, ਉਹਨੂੰ ਹੀ ਅਪਾਇੰਟ ਕਰ ਦਿੱਤਾ ਜਾਂਦਾ ਪੰਜਾਬ ਦਾ ਗਵਰਨਰ। ਕੌਣ ਕਰਦਾ, ਸਿਕੰਦਰ ਲੋਧੀ। ਓਕੇ ਹੋ ਗਿਆ। ਮੁੜ ਕੇ ਸਿਕੰਦਰ ਲੋਧੀ ਨਾਲ ਦੌਲਤ ਖਾਨ ਲੋਧੀ ਵਧੀਆ ਰਹਿੰਦਾਗਾ, ਬਟ ਜਿਹੜਾ ਦੌਲਤ ਖਾਨ ਲੋਧੀ ਹੈ ਵਿਗਾੜ ਕਿਹਦੇ ਨਾਲ ਲੈਂਦਾ, ਇਬਰਾਹਿਮ ਲੋਧੀ ਨਾਲ। 3 ਪੁੱਤਰ ਇਹਦੇ ਵਿੱਚੋਂ ਦਿਲਾਵਰ ਖਾਨ ਇੰਪੋਰਟੈਂਟ ਬਣਦਾ। ਅੱਛਾ, ਜਦੋਂ ਇਬਰਾਹਿਮ ਲੋਧੀ ਨੂੰ ਪਤਾ ਲੱਗ ਜਾਂਦਾ, ਇਹ ਕਹਿੰਦਾ ਵੀ ਬੁਲਾਓ ਦੌਲਤ ਖਾਨ ਲੋਧੀ ਨੂੰ। ਦੌਲਤ ਖਾਨ ਲੋਧੀ ਜਾਂਦਾ ਨਹੀਂ, ਆਪਣੇ ਛੋਟੇ ਪੁੱਤਰ ਨੂੰ ਭੇਜ ਦਿੰਦਾ ਦਿਲਾਵਰ ਖਾਨ ਨੂੰ। ਦਿਲਾਵਰ ਖਾਨ ਦਾ ਢੂਕਣਾ ਸੇਕ ਦਿੰਦੇ ਆ, ਦਿਲਾਵਰ ਖਾਨ ਨੂੰ ਬਹੁਤ ਕੁੱਟਿਆ ਜਾਂਦਾ, ਤੇ ਉਸ ਤੋਂ ਬਾਅਦ ਦਿਲਾਵਰ ਖਾਨ ਦੱਸਦਾ ਆਪਣੇ ਬੀਤੇ ਬਿਆਨ ਸਾਰੇ ਜਾ ਕੇ ਪਿਓ ਨੂੰ, ਦੌਲਤ ਖਾਨ ਲੋਧੀ ਨੂੰ। ਤੇ ਦੌਲਤ ਖਾਨ ਲੋਧੀ ਫਿਰ ਕੀ ਕਰਦਾ, ਬਦਲਾ ਲੈਣ ਦਾ ਮਾਰਾ ਵੀ ਹੁਣ ਤਾਂ ਆਪਾਂ ਇਬਰਾਹਿਮ ਲੋਧੀ ਨੂੰ ਮਾਰ ਕੇ ਹੀ ਹਟਣਾਗਾ, ਤਾਂ ਫਿਰ ਕੀ ਕਰਦਾ ਉਹ ਬਾਬਰ ਨੂੰ ਸੱਦਦਾਗਾ, ਬਾਬਰ ਨੂੰ ਬੁਲਾਇਆ ਜਾਂਦਾ। ਇਸੇ ਕਰਕੇ ਬਾਬਰ ਦੀ ਇੰਡੀਆ ਦੇ ਵਿੱਚ ਐਂਟਰੀ ਹੁੰਦੀ ਆ। ਹਾਲਾਂਕਿ ਬਾਬਰ ਤਾਂ ਬਹੁਤ ਟਾਈਮ ਤੋਂ ਚਾਹੁੰਦਾ ਹੁੰਦਾ ਭਾਰਤ ਤੇ ਹਮਲਾ ਕਰਨਾ, ਪਰ ਮੌਕਾ ਕੋਈ ਦਿੰਦਾ ਹੁੰਦਾ, ਤੇ ਉਹ ਮੌਕਾ ਦੇਤਾ ਦੌਲਤ ਖਾਨ ਲੋਧੀ ਨੇ, ਰਾਈਟ। ਸੋ ਹੁਣ ਆ ਗਿਆ ਬਾਬਰਾਂ ਦੇ ਹਮਲੇ ਬਾਰੇ, ਆਪਾਂ ਇਨਵੇਜ਼ਨ ਆਫ ਬਾਬਰ ਬਾਰੇ ਪੜ੍ਹਨਾ ਹੈ ਕਿ ਕੀ ਕਿਵੇਂ ਹੋਇਆ। ਹੁਣ ਬੇਸਿਕਲੀ ਪਹਿਲਾ ਇਨਵੇਜ਼ਨ ਆ, ਬੇਸਿਕਲੀ ਬਾਬਰ ਦੇ ਜਿਹੜੇ ਹਮਲੇ ਹੁੰਦੇ ਆ ਉਹ ਪੰਜਾਬ ਤੇ 5 ਹਮਲੇ ਹੁੰਦੇ ਆ। 2 ਹਮਲੇ 1519 ਦੇ ਵਿੱਚ ਹੀ ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ 1520 ਦੇ ਵਿੱਚ, ਫਿਰ 1524 ਦੇ ਵਿੱਚ, ਤੇ ਫਿਰ 1525 ਦੇ ਵਿੱਚ। ਇਹ ਹਮਲੇ ਆ ਜਿਹੜੇ ਪੰਜੇ ਦੇ ਪੰਜੇ ਤੁਸੀਂ ਸੀਕੁਐਂਸ ਵਾਈਜ਼ ਯਾਦ ਰੱਖਣਾ, ਕਿਉਂਕਿ ਇੱਥੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਸੋ ਪਹਿਲਾ ਹਮਲਾ 1519 ਦੇ ਵਿੱਚ ਹੋਇਆ। ਬਾਬਰ ਬੇਸਿਕਲੀ ਕਾਬਲ ਦਾ ਰੂਲਰ ਸੀਗਾ, ਅਫਗਾਨਿਸਤਾਨ ਦਾ ਰੂਲਰ ਸੀਗਾ, ਤੇ ਇਨ ਆਰਡਰ ਟੂ ਐਕਸਪੈਂਡ ਆਪਣੇ ਐਮਪਾਇਰ ਨੂੰ ਐਕਸਪੈਂਡ ਕਰਨ ਵਾਸਤੇ ਬਾਬਰ ਦੀ ਲਗਾਤਾਰ ਇੰਡੀਆ ਤੇ ਸੀਗਾ, ਬਿਕੋਜ਼ ਅਨਾਰਕੀ ਐਂਡ ਜਿਹੜੀ ਲਾਅਲੈਸਨੈਸ ਆ, ਜਿਹੜੀ ਯਾਨੀ ਕਿ ਅਰਾਜਕਤਾ ਫੈਲੀ ਹੋਈ ਸੀ ਆਪਣੀ ਇੰਡੀਆ ਦੇ ਵਿੱਚ। ਸਭ ਪਤਾ ਸੀ ਕਿ ਜਿਹੜਾ ਲੋਧੀ ਵੰਸ਼ ਉਹ ਆਪਸ ਦੇ ਵਿੱਚ ਹੀ ਲੜ ਰਿਹਾ, ਤੇ ਲੋਧੀ ਵੰਸ਼ ਤੋਂ ਜਿਹੜਾ ਸੱਤਾ ਜਿਹੜੀ ਆ ਉਹ ਸਲਤਨਤ ਆ ਜਿਹੜੀ ਉਹ ਸੰਭਾਲੀ ਨਹੀਂ ਜਾ ਰਹੀ। ਤਾਂ ਬਾਬਰ ਦੀ ਅੱਖ ਪਹਿਲਾਂ ਹੀ ਸੀ ਤੇ ਉਹ ਆਉਣਾ ਚਾਹੁੰਦਾ ਸੀ, ਬਟ ਉਹੀ ਗੱਲ ਆ ਵੀ ਕਿਸੇ ਖਾਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀਗਾ, ਤੇ ਖਾਸ ਮੌਕੇ ਦਾ ਇੰਤਜ਼ਾਰ ਕਰਦੇ ਕਰਦੇ ਦੌਲਤ ਖਾਨ ਲੋਧੀ ਦਾ ਉਹਦੇ ਕੋਲੇ ਪੱਤਰ ਪਹੁੰਚਦਾ ਕਿ ਆਪਣੇ ਭਾਰਤ ਤੇ ਹਮਲਾ ਕੀਤਾ ਜਾਵੇ। ਸੋ ਹੀ ਸਟਾਰਮਡ ਦਾ ਬਾਰਡਰ ਏਰੀਆਜ਼ ਆਫ ਪੰਜਾਬ ਐਂਡ ਇਨ ਹਿਜ਼ ਫਸਟ ਇਨਵੇਜਨ ਆਫ ਇੰਡੀਆ 1519 ਦੇ ਵਿੱਚ। 1519 ਦੇ ਵਿੱਚ ਬਾਬਰ ਹਮਲਾ ਕਰਦਾਗਾ। ਸੋ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੁੰਦਾ ਬਾਬਰ ਦਾ, ਆਪਾਂ ਪਾਣੀਪਤ ਦੀ ਪਹਿਲੀ ਲੜਾਈ ਤਾਂ ਕਹਿ ਦਿੰਦੇ ਆ, ਪਰ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜਾਂ ਦਿੱਲੀ ਤਖਤ ਤੇ ਬੈਠਣ ਤੋਂ ਪਹਿਲਾਂ ਪੰਜਾਬ ਨੂੰ ਜਿੱਤਿਆਗਾ, ਰਾਈਟ। ਸੋ 1519 ਦੇ ਵਿੱਚ ਇਹ ਪਹਿਲਾ ਹਮਲਾ ਕਰ ਦਿੰਦਾ, ਤੇ ਇਸ ਪਹਿਲੇ ਹਮਲੇ ਦੇ ਵਿੱਚ ਇਹ ਭੇਰਾ ਤੇ ਬਜੌਰ, ਠੀਕ ਹੈ, ਭੇਰਾ ਤੇ ਬਜੌਰ ਆ ਜਿਹੜਾ ਪਾਕਿਸਤਾਨ ਦਾ ਇਲਾਕਾ ਗਾ, ਇਹਨਾਂ ਨੂੰ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ, ਠੀਕ ਹੈ। ਤਾਂ ਭੇਰਾ ਤੇ ਬਜੌਰ ਨੂੰ ਇਹ ਕੈਪਚਰ ਕਰ ਲੈਂਦਾ, ਉਹਨੂੰ ਅਨੈਕਸ ਕਰ ਲੈਂਦਾ ਵਿਦਾਊਟ ਫੇਸਿੰਗ ਐਨੀ ਰੈਜ਼ਿਸਟੈਂਸ, ਕੋਈ ਪ੍ਰੋਬਲਮ ਨਹੀਂ ਆਉਂਦੀ। ਹੀ ਪਲੇਸਡ ਥੀਜ਼ ਏਰੀਆਜ਼ ਅੰਡਰ ਦਾ ਚਾਰਜ ਆਫ ਹਿੰਦੂ ਬੇਗ। ਅੱਛਾ, ਬਾਬਰ ਹੁਣ ਜਿਹੜੇ ਆਪਾਂ 5 ਹਮਲਿਆਂ ਦੀ ਗੱਲ ਕਰਦੇ ਹਾਂ, ਆਪਾਂ ਇਹ ਵੀ ਤਾਂ ਸੋਚ ਸਕਦੇ ਹਾਂ ਨਾ ਕਿ ਬਾਬਰ ਨੇ ਇੱਕੋ ਹਮਲੇ ਦੇ ਵਿੱਚ ਹੀ ਪੰਜਾਬ ਨੂੰ ਕਿਉਂ ਨਹੀਂ ਜਿੱਤ ਲਿਆ, ਕਿਉਂਕਿ ਬਾਬਰ ਤਾਂ ਬਹੁਤ ਤਾਕਤਵਰ ਸੀ, ਪਰ ਇਹਨੇ ਇੰਨੇ ਹਮਲੇ ਕਿਉਂ ਕਰਨੇ ਪਏ। ਹਾਰਿਆ ਵੀ ਨਹੀਂ, ਪਰ ਇਹਨੂੰ ਇੰਨੇ ਹਮਲੇ ਵੀ ਕਰਨੇ ਪੈ ਗਏ। ਕੀ ਚੱਕਰ ਆ, ਬਾਬਰ ਹਾਰਿਆ ਨਹੀਂ, ਪਰ ਇਹਨੂੰ ਵਾਰ-ਵਾਰ ਹਮਲੇ ਕਿਉਂ ਕਰਨੇ ਪਏ, ਇਹਦਾ ਕਾਰਨ ਕੀ ਆ। ਬੇਸਿਕਲੀ ਕੀ ਕਰਦਾ ਸੀ, ਕਿਉਂਕਿ ਨਾ ਕਾਬਲ ਏਰੀਆ ਇਹਦੇ ਕੋਲੇ ਸੀਗਾ ਅਫਗਾਨਿਸਤਾਨ ਦਾ, ਐਂਡ ਕਾਬਲ ਏਰੀਆ ਦੇ ਵਿੱਚ ਇਹਦੀ ਕੋਈ ਬੜੀ ਜ਼ਿਆਦਾ ਇੱਜ਼ਤ ਨਹੀਂ ਸੀਗੀ। ਕਾਬਲ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੈਸਟ ਇਹਦੇ ਅਗੇਂਸਟ ਹੁੰਦੇ ਰਹਿੰਦੇ ਸੀ, ਬਹੁਤ ਜ਼ਿਆਦਾ ਕੱਟੜ ਸੀ। ਸੋ ਕਾਬਲ ਏਰੀਆ ਤੋਂ ਇੰਨਾ ਜ਼ਿਆਦਾ ਸੰਭਾਲਿਆ ਨਹੀਂ ਜਾ ਰਿਹਾ ਸੀਗਾ, ਇਸ ਕਰਕੇ ਉੱਥੇ ਵਾਰ-ਵਾਰ ਪ੍ਰੋਟੈਸਟ ਹੁੰਦੇ ਜਾ ਰਹੇ ਸੀ। ਤਾਂ ਇਹ ਕੀ ਕਰਦਾ ਸੀ, ਇੱਥੋਂ ਦਾ ਥੋੜਾ ਏਰੀਆ ਭਾਰਤ ਦੇ ਵਿੱਚ ਆਉਂਦਾ,
ਪੰਜਾਬ ਦੇ ਵਿੱਚ ਆਉਂਦਾ, ਕੁਛ ਹਿੱਸਾ ਜਿੱਤ ਕੇ ਚਲਿਆ ਜਾਂਦਾ, ਕਿਸੇ ਨਾ ਕਿਸੇ ਨੂੰ ਉੱਥੇ ਸੈੱਟ ਕਰ ਜਾਂਦਾ। ਪਰ ਪ੍ਰੋਬਲਮ ਕੀ ਆ, ਜਿਵੇਂ ਕਿ ਆਪਾਂ ਪਹਿਲੇ ਹਮਲੇ ਦੇ ਵਿੱਚ ਗੱਲ ਕਰਦੇ ਹਾਂ ਕਿ ਬੇਰਾ ਤੇ ਬਜੌਰ ਹੈ, ਬੇਰਾ ਤੇ ਬਜੌਰ ਨੂੰ ਵਿਦਆਊਟ ਐਨੀ ਰੈਜ਼ਿਸਟੈਂਸ ਇਹ ਕੈਪਚਰ ਕਰ ਲੈਂਦਾ, ਤੇ ਹਿੰਦੂ ਬੇਗ ਆ ਜਿਹੜਾ ਉਹਨੂੰ ਬਣਾਇਆ ਜਾਂਦਾ ਚਾਰਜ, ਉਹਨੂੰ ਦੇ ਜਾਂਦਾ ਚਾਰਜ ਵੀ ਤੂੰ ਇੱਥੇ ਬੈਠ ਪਾਈ ਤੇ ਮੈਂ ਚੱਲਿਆ ਕਾਬਲ ਵੱਲ। ਇਹ ਕਾਬਲ ਵੱਲ ਚਲਿਆ ਜਾਂਦਾ ਸੀ ਵੀ ਫੇਰ ਆਊਂਗਾ ਮੈਂ, ਫੇਰ ਥੋੜਾ ਕੋਈ ਕੈਪਚਰ ਕਰਕੇ ਤੈਨੂੰ ਦੇ ਜਾਊਂਗਾ, ਰਾਈਟ। ਪਰ ਉਸ ਤੋਂ ਬਾਅਦ ਕੀ ਹੋਇਆ, ਹਿੰਦੂ ਬੇਗ ਨੂੰ ਲੋਕਾਂ ਨੇ ਹੀ ਤਾਰਤਾ। ਉਹ ਕਿਵੇਂ, ਆਪਾਂ ਦੇਖਦੇ ਹਾਂ ਦੂਸਰੇ ਹਮਲੇ ਦਾ ਜਿਹੜਾ ਕਾਰਨ ਬਣਦਾ ਗਾ। ਹੁਣ ਦੂਸਰੇ ਹਮਲੇ ਦਾ ਜਿਹੜਾ ਕਾਰਨ ਆ ਉਹ ਕੀ ਕਹਿੰਦੇ ਵੀ ਪੀਪਲ ਆਫ ਬੇਰਾ ਐਂਡ ਬਜੌਰ, ਜਿਹੜਾ ਕਿ ਬਾਬਰ ਕੈਪਚਰ ਕਰਕੇ ਜਾਂਦਾ ਗਾ, ਤਾਂ ਹਿੰਦੂ ਬੇਗ ਨੂੰ ਲੋਕ ਹੀ ਉਤਾਰ ਦਿੰਦੇ ਆ। ਪੁਸ਼ ਆਊਟ ਹਿੰਦੂ ਬੇਗ ਫਰੋਮ ਦਾ ਰੇਨ ਸੂਨ ਆਫਟਰ ਬਾਬਰ। ਬਾਬਰ ਜਦੋਂ ਚਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹਿੰਦੂ ਬੇਗ ਹੁੰਦਾ ਗਾ ਬੇਰਾ ਬਜੌਰ ਤੇ ਬੈਠਾ, ਉਹਨੂੰ ਲਾ ਦਿੰਦੇ ਆ ਵੀ ਭਾਈ ਤੂੰ ਉੱਤਰ, ਨਿਕਲ ਬਾਹਰ, ਠੀਕ ਹੈ। ਉਸ ਤੋਂ ਬਾਅਦ ਬਾਬਰ ਫੇਰ ਦੁਬਾਰਾ ਆਉਂਦਾ ਗਾ ਕਾਬਲ ਤੋਂ, ਤੇ ਸੋ ਬਾਬਰ ਅਟੈਕਡ ਇਨ ਦਾ ਪੰਜਾਬ ਦਾ ਸੈਕੰਡ ਟਾਈਮ, ਪੰਜਾਬ ਤੇ ਹਮਲਾ ਕਰਦਾ ਗਾ ਸੈਕੰਡ ਟਾਈਮ ਇਨ ਸਪਟੰਬਰ 1519। ਸੋ 1519 ਦੇ ਵਿੱਚ ਦੂਸਰੇ ਹਮਲੇ ਦਾ ਜਿਹੜਾ ਕਾਰਨ ਬਣਦਾ ਉਹ ਬੇਰਾ ਤੇ ਬਜੌਰ ਹੀ ਹੈ। ਬੇਰਾ ਬਜੌਰ ਨੂੰ ਕਿਉਂਕਿ ਹਿੰਦੂ ਬੇਗ ਨੂੰ ਤਾਰ ਦਿੰਦੇ ਆ, ਇਸ ਕਰਕੇ ਦੁਬਾਰਾ ਆਉਂਦਾ ਗਾ, ਤੇ ਬੇਰਾ ਬਜੌਰ ਨੂੰ ਤਾਂ ਕਬਜ਼ਾ ਕਰਦਾ ਹੀ ਕਰਦਾ, ਤੇ ਨਾਲ ਕਬਜ਼ਾ ਕਰ ਲੈਂਦਾ ਗਾ ਪਿਸ਼ਾਵਰ ਤੇ, ਨਾਲ ਕਬਜ਼ਾ ਕਰ ਲੈਂਦਾ ਪਿਸ਼ਾਵਰ ਤੇ। ਹਾਊਐਵਰ ਹੀ ਹੈਡ ਟੂ ਰਿਟਰਨ ਐਜ਼ ਅ ਰਿਵੋਲਟ ਐਂਡ ਬ੍ਰੋਕਨ ਆਊਟ ਇਨ ਬਦਖਸ਼ਾਂ। ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਕਿ ਪਹਿਲਾ ਹਮਲਾ ਇਹਨੇ ਬੇਰਾ ਬਜੌਰ ਜਿੱਤਿਆ, ਪਰ ਫਿਰ ਇਹਨੂੰ ਵਾਪਸ ਜਾ ਵੜਿਆ ਕਾਬਲ। ਉਸ ਤੋਂ ਬਾਅਦ 1519 ਸਤੰਬਰ ਦੇ ਵਿੱਚ ਇਹਨੇ ਫਿਰ ਹਮਲਾ ਕੀਤਾ, ਜਿਹਦੇ ਵਿੱਚ ਬੇਰਾ ਬਜੌਰ ਤਾਂ ਜਿੱਤਿਆ, ਨਾਲ ਪਿਸ਼ਾਵਰ ਵੀ ਜਿੱਤ ਲਿਆ, ਪਰ ਫਿਰ ਇਹਨੂੰ ਵਾਪਸ ਜਾਣਾ ਪੈ ਗਿਆ। ਕਿਉਂ? ਕਿਉਂਕਿ ਬਦਖਸ਼ਾਂ ਜਿਹੜਾ ਸੀਗਾ, ਬਦਖਸ਼ਾਂ ਜਿਹੜਾ ਸੀਗਾ ਬੇਸਿਕਲੀ ਇਹ ਪ੍ਰੋਵਿੰਸ ਸੀ ਅਫਗਾਨਿਸਤਾਨ ਦੇ ਵਿੱਚ। ਅਫਗਾਨ ਦੇ ਵਿੱਚ ਕਿ ਦੇਖਿਆ ਜਾਵੇ ਤਾਂ ਉਧਰ 34 ਪ੍ਰੋਵਿੰਸਾਂ ਸੀ, ਉਹਨਾਂ ਦੇ ਵਿੱਚ ਇੱਕ ਪ੍ਰੋਵਿੰਸ ਸੀ ਬਦਖਸ਼ਾਂ। ਇਹਨਾਂ ਵੱਲੋਂ ਰਿਵੋਲਟ ਹੋ ਗਿਆ, ਇਹਨਾਂ ਵੱਲੋਂ ਇੱਕ ਤਰ੍ਹਾਂ ਨਾਲ ਬਾਬਰ ਦੇ ਖਿਲਾਫ ਜਿਹੜੀ ਸੀਗੀ ਉਹ ਜੰਗ ਜਾਰੀ ਹੋ ਗਈ। ਇਸ ਕਰਕੇ ਬਾਬਰ ਨੂੰ ਕਾਬਲ ਨੂੰ ਜਿੱਤਣ ਵਾਸਤੇ ਜਾਂ ਕਾਬਲ ਨੂੰ ਕਬਜ਼ੇ ਦੇ ਵਿੱਚ ਰੱਖਣ ਵਾਸਤੇ ਦੁਬਾਰਾ ਵਾਪਸ ਜਾਣਾ ਪੈ ਗਿਆ, ਯਾਨੀ ਕਿ ਪਿਸ਼ਾਵਰ ਨੂੰ ਜਿੱਤ ਕੇ ਵੀ ਇਹ ਵਾਪਸ ਚਲਾ ਜਾਂਦਾ। ਸੋ ਬਾਬਰ ਹਜੇ ਵੀ ਫੇਲ ਹੋ ਗਿਆ, ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ 1519 ਪਹਿਲਾ ਹਮਲਾ ਹੋਇਆ, ਉਹਦੇ ਵਿੱਚ ਵੀ ਇਹਨੂੰ ਵਾਪਸ ਜਾਣਾ ਪੈ ਗਿਆ। 1519 ਦੂਸਰਾ ਹਮਲਾ ਹੋਇਆ, ਇਹਦੇ ਵਿੱਚ ਵੀ ਇਹਨੂੰ ਵਾਪਸ ਜਾਣਾ ਪੈ ਗਿਆ। ਸੋ ਪੁੱਛਿਆ ਜਾ ਸਕਦਾ ਰਿਵੋਲਟ ਆਫ ਬਦਖਸ਼ਾਂ ਕੀ ਸੀਗਾ, ਰਾਈਟ। ਇਸ ਤੋਂ ਬਾਅਦ ਤੀਸਰਾ ਹਮਲਾ। ਹੁਣ ਤੀਸਰੇ ਹਮਲੇ ਦਾ ਕਾਰਨ ਬੇਸਿਕਲੀ ਉਹੀ ਗੱਲ ਹੈ ਵੀ ਦੂਸਰੀ ਵਾਰ ਵੀ ਇਹ ਫੇਲ ਜਾ ਹੁੰਦਾ, ਇਹ ਤੋਂ ਕੈਪਚਰ ਇੰਨਾ ਜ਼ਿਆਦਾ ਏਰੀਆ ਨਹੀਂ ਕੀਤਾ ਜਾਂਦਾਗਾ। ਤਾਂ ਬਾਬਰ ਦਾ ਜਿਹੜਾ ਤੀਸਰਾ ਹਮਲਾ ਹੁੰਦਾਗਾ ਉਹ 1520 ਦੇ ਵਿੱਚ ਹੁੰਦਾਗਾ। ਡਿਊਰਿੰਗ ਦਿਸ ਇਨਵੇਜਨ ਹੀ ਈਜ਼ੀਲੀ ਕੈਪਚਰਡ ਬੇਰਾ ਬਜੌਰ ਨੂੰ ਫੇਰ ਕੈਪਚਰ ਕਰਦਾਗਾ, ਸਿਆਲਕੋਟ ਨੂੰ ਕੈਪਚਰ ਕਰਦਾਗਾ, ਰਾਈਟ। ਇੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਬਣਦਾਗਾ ਸੈਯਦਪੁਰ ਦਾ ਇਲਾਕਾ। ਉਸ ਟਾਈਮ ਤੇ ਬਾਬਾ ਨਾਨਕ ਤੁਹਾਨੂੰ ਪਤਾ ਉਦਾਸੀਆਂ ਕਰ ਰਹੇ ਸੀ, ਤਾਂ ਲਾਸਟ ਉਦਾਸੀ ਚੱਲ ਰਹੀ ਸੀ ਬਾਬਾ ਨਾਨਕ ਦੀ, ਤੇ ਉਦੋਂ ਉਸ ਟਾਈਮ ਤੇ ਇਹ ਸੀਗੇ ਐਮਨਾਬਾਦ ਵਿਖੇ, ਜਿਹਨੂੰ ਆਪਾਂ ਸੈਯਦਪੁਰ ਵੀ ਕਹਿੰਦੇ ਆ। ਤਾਂ ਬਾਬਾ ਨਾਨਕ ਬੇਸਿਕਲੀ ਸੈਯਦਪੁਰ ਸੀ, ਤੇ ਜਿੱਥੇ ਬਾਬਰ ਨੇ ਅਟੈਕ ਕੀਤਾ, ਤੇ ਸੈਯਦਪੁਰ ਦੇ ਵਿੱਚ ਬਾਬੇ ਨਾਨਕ ਦੇ ਨਾਲ ਬਹੁਤ ਸਾਰੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਕੈਪਚਰ ਕਰ ਲਿਆ। ਜਦੋਂ ਕੈਪਚਰ ਕੀਤਾ ਤੇ ਬਾਬਰ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਭਾਈ ਕੈਪਚਰ ਕੀਤਾ ਗਿਆ ਵੀ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਹੈਗੇ, ਇੱਕ ਬਹੁਤ ਵੱਡੇ ਸੰਤ ਮਹਾਤਮਾ। ਤਾਂ ਬਾਬਰ ਨੇ ਨਾਲ ਦੀ ਨਾਲ ਕੀ ਕੀਤਾ, ਗੁਰੂ ਨਾਨਕ ਦੇਵ ਜੀ ਦੇ ਨਾਲ ਯਾਨੀ ਕਿ ਜਿਹੜੇ ਬਾਕੀ ਸ਼ਰਧਾਲੂ ਸੀ ਉਹਨਾਂ ਨੂੰ ਵੀ ਰਿਲੀਜ਼ ਕਰਤਾ, ਉਹਨਾਂ ਨੂੰ ਵੀ ਛੱਡਤਾ। ਸੋ ਬਾਬਰ ਆਪਣੀ ਬਾਇਓਗ੍ਰਾਫੀ ਦੇ ਵਿੱਚ ਵੀ ਲਿਖਦਾ, ਰਾਈਟਸ ਇਨ ਹਿਜ਼ ਆਟੋਬਾਇਓਗ੍ਰਾਫੀ ਜਿਹੜੀ ਕਿ ਤੁਝ ਕੇ ਬਾਬਰੀ ਹੈ, ਉਹਦੇ ਵਿੱਚ ਲਿਖਦਾ ਇਫ ਹੀ ਹੈਡ ਨੋਨ ਦਾ that such a great saint lived in his town he would have never attacked। ਯਾਨੀ ਕਿ ਜੇਕਰ ਉਹਨੂੰ ਪਤਾ ਹੁੰਦਾ ਕਿ ਐਡੇ ਮਹਾਨ ਸੰਤ ਆ ਜਿਹੜੇ ਇਸ ਇਲਾਕੇ ਦੇ ਵਿੱਚ ਰਹਿ ਰਹੇ ਨੇ, ਤਾਂ ਮੈਂ ਕਦੇ ਵੀ ਇੱਥੇ ਹਮਲਾ ਨਾ ਕਰਦਾਗਾ, ਠੀਕ ਹੈ। ਸੋ ਕਾਫੀ ਪ੍ਰਭਾਵਿਤ ਸੀਗਾ ਬਾਬਰ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਤੋਂ ਕਹਿ ਸਕਦੇ ਹੋ, ਬਾਣੀਆਂ ਤੋਂ ਕਹਿ ਸਕਦੇ ਹੋ, ਇਸ ਤਰੀਕੇ ਦੇ ਨਾਲ, ਰਾਈਟ ਆ। ਸੋ ਇੱਥੇ ਵੀ ਯਾਨੀ ਕਿ ਇਹ ਲਗਭਗ ਫੇਲ ਹੀ ਹੁੰਦਾਗਾ, ਕਿਉਂਕਿ ਇਹਨੂੰ ਇਹ ਵੀ ਇਲਾਕਾ ਛੱਡਣਾ ਪੈ ਜਾਂਦਾ ਜਿੱਤ ਕੇ, ਜਿਵੇਂ ਇਹ ਪਹਿਲਾਂ ਵੀ ਕਰਦਾ ਆਇਆਗਾ। ਸੋ 1519 ਬੇਰਾ ਬਜੌਰ ਉਹ ਛੱਡਣਾ ਪੈ ਜਾਂਦਾ ਹਿੰਦੂ ਬੇਗ ਕਰਕੇ। 1520 ਦੇ ਵਿੱਚ ਦੁਬਾਰਾ ਆਉਂਦਾਗਾ, ਪਿਸ਼ਾਵਰ ਨੂੰ ਜਿੱਤਦਾਗਾ, ਉਹ ਬਦਖਸ਼ਾਂ ਕਰਕੇ ਛੱਡਣਾ ਪੈ ਜਾਂਦਾ। ਤੇ 1520 ਦੇ ਵਿੱਚ ਜਿਹੜਾ ਤੀਸਰਾ ਹਮਲਾ ਹੁੰਦਾ ਉਹ ਗੁਰੂ ਨਾਨਕ ਦੇਵ ਜੀ ਕਰਕੇ ਛੱਡਣਾ ਪੈ ਜਾਂਦਾ। ਸੋ ਇਸ ਕਰਕੇ ਇਹ ਫੇਲ ਹੀ ਹੁੰਦਾ ਗਿਆ, ਹਾਰਿਆ ਨਹੀਂ ਬਟ ਫੇਲ ਹੁੰਦਾ ਗਿਆ। ਫਿਰ ਵੀ ਉਹੀ ਗੱਲ ਆ ਵੀ ਕਈ ਵਾਰੀ ਕਿਸਮਤ ਮਾੜੀ ਹੁੰਦੀ ਹੈ, ਬੰਦਾ ਮਿਹਨਤ ਕਰਦਾਗਾ ਪਰ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਪਾਸਿਓਂ ਹਾਰ ਮਿਲ ਜਾਂਦੀ ਹੈ, ਰਾਈਟ। ਤਾਂ ਆਪਾਂ ਉਹਦੀ ਕਾਬਲੀਅਤ ਤੇ ਸ਼ੱਕ ਨਹੀਂ ਕਰ ਸਕਦੇ ਜੇ ਕਿ ਉਹ ਫੇਲ ਹੋਇਆਗਾ, ਬਟ ਉਹੀ ਗੱਲ ਆ ਜਾਂਦੀ ਹੈ ਕਿ ਇਹ ਚੀਜ਼ਾਂ ਨੂੰ ਸਮਝਣਾ ਪੈਂਦਾ ਹੈ। ਚਲੋ, ਤਾਂ ਕੁਐਸਚਨ ਕੀ ਪੁੱਛਿਆ ਜਾਂਦਾ ਹੁੰਦਾ ਵੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਜਿਹੜਾ ਸੀਗਾ ਅਰੈਸਟ ਕੀਤਾ ਗਿਆ ਸੀ? ਸੈਯਦਪੁਰ ਐਮਨਾਬਾਦ ਵਿਖੇ ਬਾਬਰ ਦੇ ਤੀਸਰੇ ਹਮਲੇ ਦੇ ਵਿੱਚ 1520 ਦੇ ਵਿੱਚ। ਓਕੇ ਹੋ ਗਿਆ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਫੋਰਥ ਇਨਵੇਜਨ ਦੀ, ਜਿਹੜਾ ਕਿ 1524 ਦੇ ਵਿੱਚ ਆ। ਸੋ ਬਾਬਰ ਨੇ ਚੌਥੀ ਵਾਰ ਹਮਲਾ ਕੀਤਾ 1524 ਦੇ ਵਿੱਚ। ਹੁਣ ਬੇਸਿਕਲੀ ਦੌਲਤ ਖਾਨ ਲੋਧੀ ਇੱਥੋਂ ਤੱਕ ਫਰਸਟ੍ਰੇਟ ਹੋ ਚੁੱਕਿਆ ਸੀ। ਦੌਲਤ ਖਾਨ ਲੋਧੀ ਨੇ ਬੁਲਾਇਆ ਸੀ ਇਬਰਾਹਿਮ ਲੋਧੀ ਨੂੰ ਹਰਾਉਣ ਵਾਸਤੇ, ਕਿ ਦੌਲਤ ਖਾਨ ਲੋਧੀ ਕੀ ਕਹਿੰਦਾ ਸੀਗਾ ਵੀ ਆ ਜਾ ਭਾਈ ਇਬਰਾਹਿਮ ਲੋਧੀ ਨੂੰ ਹਰਾ ਦੇ। ਹੁਣ ਬਾਬਰ ਬੇਸਿਕਲੀ ਸਿੱਧਾ ਸੈਂਟਰ ਤੇ ਹਮਲਾ ਕਰਨ ਦੀ ਬਜਾਏ ਪੰਜਾਬ ਦੇ ਏਰੀਆ ਨੂੰ ਕਬਜ਼ਾ ਕਰ ਰਿਹਾ ਸੀ।
ਬਾਬਰ ਆਪਣੀ ਪਾਲਿਸੀ ਦੇ ਮੁਤਾਬਕ ਚੱਲਦਾ ਸੀਗਾ, ਬਾਬਰ ਆਪਣੇ ਅਕੋਰਡਿੰਗ ਚੱਲ ਰਿਹਾ ਸੀ। ਬੁਲਾਇਆ ਦੌਲਤ ਖਾਨ ਲੋਧੀ ਨੇ ਇਬਰਾਹਿਮ ਲੋਧੀ ਨੂੰ ਹਰਾਉਣ ਵਾਸਤੇ ਸੀ, ਪਰ ਬਾਬਰ ਹਮਲੇ ਕਿੱਥੇ ਕਰ ਰਿਹਾ ਸੀ? ਪੰਜਾਬ ਤੇ ਹਮਲੇ ਕਰ ਰਿਹਾ ਸੀਗਾ, ਸਿਰਫ ਆਪਣਾ ਦਬਾਅ ਬਣਾਉਣ ਵਾਸਤੇ ਕਿ ਜੇਕਰ ਮੈਂ ਪੰਜਾਬ ਤੇ ਹਮਲਾ ਕਰ ਲੂੰਗਾ ਇਬਰਾਹਿਮ ਲੋਧੀ ਮੇਰੇ ਨਾਲ ਆਪਣੇ ਆਪ ਆ ਕੇ ਟੱਕਰਾ ਲਊਗਾ, ਨਾ ਕਿ ਬਾਬਰ ਨੇ ਇਹ ਸੋਚਿਆ ਕਿ ਮੈਂ ਸਿੱਧਾ ਹੀ ਦਿੱਲੀ ਤੇ ਹਮਲਾ ਕਰਦਾ। ਸਮਝ ਲਓ ਗੱਲ ਨੂੰ। ਸੋ ਬਾਬਰ ਨੇ ਚੌਥਾ ਹਮਲਾ ਕੀਤਾ। ਦੌਲਤ ਖਾਨ ਲੋਧੀ ਜਿਹੜਾ ਸੀਗਾ ਬੇਸਿਕਲੀ ਜਦੋਂ ਉਹਨੇ ਇਨਵਾਈਟ ਕੀਤਾ 1524 ਦੇ ਵਿੱਚ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਦੌਲਤ ਖਾਨ ਲੋਧੀ ਨੇ ਬੁਲਾਇਆ, ਰਾਈਟ। ਦੌਲਤ ਖਾਨ ਲੋਧੀ ਇਨਵੀਟੇਸ਼ਨ ਦੁਬਾਰਾ ਹੁੰਦਾ ਕਿ ਬਾਬਰ ਭਾਈ ਆ ਜਾ ਹਮਲਾ ਕਰ, ਤੇ ਹੀ ਰੀਚਡ ਲਾਹੌਰ ਐਂਡ ਕੈਪਚਰਡ ਇਟ, ਲਾਹੌਰ ਨੂੰ ਕੈਪਚਰ ਕਰ ਲੈਂਦਾਗਾ। ਉਸ ਤੋਂ ਬਾਅਦ ਦੇਅਰ ਹੀ ਰੀਚਡ ਦੀਪਾਲਪੁਰ ਐਂਡ ਕੈਪਚਰਡ ਇਟ ਵੈਦਰ ਕਾਰਪੋਰੇਸ਼ਨ ਆਫ ਦਾ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਦੇ ਨਾਲ ਮਿਲ ਮਿਲਾ ਕੇ ਲਾਹੌਰ ਹੋ ਗਿਆ, ਦੀਪਾਲਪੁਰ ਹੋ ਗਿਆ, ਬੇਸਿਕਲੀ ਏਰੀਆ ਨੂੰ ਕੈਪਚਰ ਕਰਦਾਗਾ। ਨਾਲ ਫਿਰ ਜਲੰਧਰ ਦੁਆਬ ਦਾ ਏਰੀਆ ਆ ਜਾਂਦਾਗਾ। ਬੇਸਿਕਲੀ ਇਸ ਤੋਂ ਬਾਅਦ ਕੀ ਕਰਦਾ, ਹੁਣ 1524 ਦੇ ਵਿੱਚ ਆਲਮੋਸਟ ਪੰਜਾਬ ਨੂੰ ਕਵਰ ਕਰ ਲੈਂਦਾਗਾ, ਪਰ ਇੱਥੇ ਵੀ ਇੱਕ ਵਾਰੀ ਇਹਨੂੰ ਵਾਪਸ ਜਾਣਾ ਪੈ ਜਾਂਦਾ। ਤੇ ਕੀ ਕਰਦਾਗਾ ਵੀ ਜਿਹੜਾ ਜਲੰਧਰ ਦੁਆਬ ਦਾ ਏਰੀਆ ਹੁੰਦਾਗਾ ਉਹ ਕੀ ਹੁੰਦਾਗਾ, ਸੁਲਤਾਨਪੁਰ ਅੰਡਰ ਦਾ ਚਾਰਜ ਆਫ ਦੌਲਤ ਖਾਨ ਲੋਧੀ, ਯਾਨੀ ਜਲੰਧਰ ਹੋ ਗਿਆ, ਸੁਲਤਾਨਪੁਰ ਹੋ ਗਿਆ, ਇਹਦਾ ਚਾਰਜ ਜਿਹੜਾ ਦੇ ਜਾਂਦਾ ਉਹ ਦੌਲਤ ਖਾਨ ਲੋਧੀ ਨੂੰ ਦੇ ਜਾਂਦਾ। ਹੁਣ ਸਿੰਪਲ ਜੀ ਗੱਲ ਆ ਵੀ ਜਿਹੜਾ ਦੌਲਤ ਖਾਨ ਲੋਧੀ ਸੀਗਾ ਇਹ ਤਾਂ ਦਿੱਲੀ ਨੂੰ ਕੈਪਚਰ ਕਰਨਾ ਚਾਹੁੰਦਾ ਸੀ, ਤੇ ਬਾਬਰ ਨੇ ਕੀ ਕੀਤਾ ਵੀ ਇਹਨੂੰ ਜਲੰਧਰ ਤੇ ਦੌਲਤਪੁਰ ਜਿਹੜਾ ਸੀਗਾ ਉਹ ਜਿੱਤ ਕੇ ਦੇਤਾ ਵੀ ਆਪ ਚੱਕ। ਵੈਸੇ ਤਾਂ ਹੁਣ ਦੌਲਤ ਖਾਨ ਲੋਧੀ ਪੰਜਾਬ ਦਾ ਗਵਰਨਰ ਵੀ ਸੀਗਾ, ਰਾਈਟ ਹੈ ਨਾ, ਪੰਜਾਬ ਦਾ ਗਵਰਨਰ ਵੀ ਸੀਗਾ, ਪਰ ਉਹੀ ਗੱਲ ਆ ਜਾਂਦੀ ਹੈ ਵੀ ਦੌਲਤ ਖਾਨ ਲੋਧੀ ਜਿਹੜਾ ਸੀਗਾ ਇਹ ਚਾਹੁੰਦਾ ਸੀ ਇਬਰਾਹਿਮ ਲੋਧੀ ਨੂੰ ਹਰਾਉਣਾ, ਪਰ ਬਾਬਰ ਦੀ ਸਕੀਮ ਕੋਈ ਹੋਰ ਸੀ। ਤਾਂ ਦੋਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਜਿਹੜਾ ਕਹਿੰਦੇ ਹੁੰਦੇ ਆ, ਤਾਂ ਮਿਸਕਨਸੈਪਸ਼ਨ ਹੋਇਆ, ਤੇ ਇਸ ਕਰਕੇ ਦੌਲਤ ਖਾਨ ਲੋਧੀ ਅਗੇਂਸਟ ਹੋ ਗਿਆ ਬਾਬਰ ਦੇ। ਸਮਝ ਲਓ ਗੱਲ ਨੂੰ। ਸੋ ਦੌਲਤ ਖਾਨ ਲੋਧੀ ਨੇ ਹੀ ਬਾਬਰ ਨੂੰ ਬੁਲਾਇਆ ਤੇ ਦੌਲਤ ਖਾਨ ਲੋਧੀ ਹੀ ਅਗੇਂਸਟ ਹੋ ਜਾਊਗਾ। ਤੇ ਉਸ ਤੋਂ ਬਾਅਦ ਦੌਲਤ ਖਾਨ ਲੋਧੀ ਡਿਡ ਨਾਟ ਸੈਟਿਸਫਾਈ, ਸੋ ਹੀ ਅਲੋਂਗ ਵਿਦ ਹਿਜ਼ ਸਨ ਹਾਜੀ ਖਾਨ ਰਿਵੋਲਟਡ ਅਗੇਂਸਟ ਬਾਬਰ, ਤੇ ਬਾਬਰ ਦੇ ਅਗੇਂਸਟ ਇਹਨਾਂ ਨੇ ਚਰਚਾਵਾਂ ਸ਼ੁਰੂ ਕਰਤੀਆਂ। ਬਾਬਰ ਡਿਫੀਟਡ ਦਾ, ਬਾਬਰ ਨੂੰ ਪਤਾ ਲੱਗ ਗਿਆ ਵੀ ਇਹ ਇਹੋ ਜਿਹਾ ਕੁਝ ਕਰ ਰਹੇ ਆ, ਤੇ ਬਾਬਰ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੌਂਸ ਚੁਕਾਈ। ਤੇ ਉਸ ਤੋਂ ਬਾਅਦ ਪਰ ਜਿਹੜਾ ਸੀਗਾ ਆਪਣਾ ਦੌਲਤ ਖਾਨ ਲੋਧੀ ਇਹ ਸ਼ਿਵਾਲਿਕ ਹਿਲ ਦੇ ਵਿੱਚ ਜਾ ਕੇ ਲੁਕ ਜਾਂਦਾ। ਸੂਨ ਆਫਟਰ ਬਾਬਰ ਐਂਡ ਰਿਟਰਨ ਟੂ ਕਾਬਲ ਦੌਲਤ ਖਾਨ ਕੇਮ ਟੂ ਪੰਜਾਬ ਐਂਡ ਰੀਕੈਪਚਰਡ ਦਾ ਪੰਜਾਬ। ਉਸ ਤੋਂ ਬਾਅਦ ਫਿਰ ਦੌਲਤ ਖਾਨ ਵਾਪਸ ਆ ਜਾਂਦਾ, ਫਿਰ ਕੈਪਚਰ ਕਰ ਲੈਂਦਾ ਪੰਜਾਬ ਨੂੰ, ਕਿਉਂਕਿ ਬਾਬਰ ਕਾਬਲ ਵਾਪਸ ਚਲਿਆ ਜਾਂਦਾ ਹੈ। ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਆਪਾਂ 4 ਹਮਲੇ ਪੜ੍ਹ ਚੁੱਕੇ ਹਾਂ। ਪਹਿਲਾ ਹਮਲਾ ਬੇਰਬਜੌਰ ਫੇਲ ਹੋ ਜਾਂਦਾ, ਪਿਸ਼ਾਵਰ ਦੂਸਰਾ ਹਮਲਾ ਫੇਲ ਹੋ ਜਾਂਦਾ, ਤੀਸਰਾ ਹਮਲਾ ਬਾਬਾ ਨਾਨਕ ਦੇ ਨਾਲ ਰਿਲੇਟ ਕਰਦਾ 1520 ਦੇ ਵਿੱਚ ਫਿਰ ਫੇਲ ਹੋ ਜਾਂਦਾ, ਫਿਰ ਚੌਥਾ ਹਮਲਾ 1524 ਦੌਲਤ ਖਾਨ ਲੋਧੀ ਦੇ ਨਾਲ ਮਿਲ ਕੇ ਸਾਰਾ ਕੁਝ ਕਰਦਾ, ਲਾਹੌਰ ਨੂੰ ਕੈਪਚਰ ਕਰ ਲੈਂਦਾ, ਦੀਪਾਲਪੁਰ ਨੂੰ ਕੈਪਚਰ ਕਰ ਲੈਂਦਾ, ਜਲੰਧਰ ਨੂੰ ਕੈਪਚਰ ਕਰ ਲੈਂਦਾ। ਪਰ ਉਹੀ ਗੱਲ ਆ ਵੀ ਜਲੰਧਰ ਦੁਆਬ ਸੁਲਤਾਨਪੁਰ ਆ ਜਿਹੜਾ ਦੌਲਤ ਖਾਨ ਲੋਧੀ ਨੂੰ ਦੇ ਦਿੰਦਾ ਵੀ ਆਹ ਚੱਕ ਤੂੰ ਚਾਰਜ। ਪਰ ਦੌਲਤ ਖਾਨ ਲੋਧੀ ਇਸ ਤੋਂ ਖੁਸ਼ ਨਹੀਂ ਹੁੰਦਾ, ਤੇ ਦੌਲਤ ਖਾਨ ਲੋਧੀ ਕਹਿੰਦਾ ਵੀ ਨਹੀਂ, ਮੈਨੂੰ ਤਾਂ ਇੰਡੀਆ ਯਾਨੀ ਕਿ ਦਿੱਲੀ ਚਾਹੀਦਾਗਾ। ਪਰ ਉਹੀ ਗੱਲ ਆ ਵੀ ਬਾਬਰ ਇਹਦੀਆਂ ਚਾਲਾਂ ਨੂੰ ਸਮਝ ਜਾਂਦਾ ਤੇ ਬਾਬਰ ਇਹਨਾਂ ਨੂੰ ਹਰਾ ਦਿੰਦਾਗਾ, ਤੇ ਦੌਲਤ ਖਾਨ ਲੋਧੀ ਆਪ ਭੱਜ ਕੇ ਸ਼ਿਵਾਲਿਕ ਦੇ ਵਿੱਚ ਉੱਡ ਜਾਂਦਾ, ਤੇ ਬਾਬਰ ਫਿਰ ਵਾਪਸ ਚਲਾ ਜਾਂਦਾ ਕਾਬਲ ਦੇ ਵਿੱਚ। ਠੀਕ ਹੈ, ਬਾਬਰ ਫਿਰ ਵਾਪਸ ਚਲਿਆ ਜਾਂਦਾ, ਦੌਲਤ ਖਾਨ ਲੋਧੀ ਆਉਂਦਾ ਜੰਗਲਾਂ ਚੋਂ ਨਿਕਲ ਕੇ ਤੇ ਪੰਜਾਬ ਤੇ ਹਮਲਾ ਜਿਹਾ ਕਰਕੇ ਫਿਰ ਪੰਜਾਬ ਨੂੰ ਆਪਣੇ ਅੰਡਰ ਕਰ ਲੈਂਦਾ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ 5ਵੇਂ ਹਮਲੇ ਦੀ, ਸੋ ਬੇਸਿਕਲੀ 5ਵਾਂ ਹਮਲਾ ਜਿਹੜਾ ਹੁੰਦਾ 1525 ਦੇ ਵਿੱਚ ਹੁੰਦਾ, ਤੇ ਬਾਬਰ ਆ ਜਿਹੜਾ ਉਹ ਇਨਵੇਡ ਕਰਦਾ ਪੰਜਾਬ ਤੇ ਹੁਣ 5ਵੀਂ ਵਾਰ। ਕਿਉਂਕਿ ਦੌਲਤ ਖਾਨ ਲੋਧੀ ਜਿਹੜਾ ਹੈਗਾ ਉਹ ਪੰਜਾਬ ਤੇ ਕਬਜ਼ਾ ਫੇਰ ਕਰ ਲੈਂਦਾ, ਕਿਉਂਕਿ ਤੁਹਾਨੂੰ ਵੀ ਪਤਾ ਕਿ ਚੌਥੇ ਹਮਲੇ ਦੇ ਵਿੱਚ ਬਾਬਰ ਇਹਨੂੰ ਸੁਲਤਾਨਪੁਰ ਤੇ ਜਲੰਧਰ ਦਾ ਏਰੀਆ ਦੇ ਕੇ ਜਾਂਦਾ, ਬਟ ਦੌਲਤ ਖਾਨ ਲੋਧੀ ਚਲਾਕੀਆਂ ਦੇ ਨਾਲ ਸਾਰੀਆਂ ਚਾਲਾਂ ਚੱਲਦਾ ਤੇ ਬਾਬਰ ਨੂੰ ਪਤਾ ਲੱਗ ਜਾਂਦਾ ਤੇ ਬਾਬਰ ਇਹਨੂੰ ਹਰਾ ਦਿੰਦਾ। ਬਟ ਫਿਰ ਦੌਲਤ ਖਾਨ ਲੋਧੀ ਆ ਕੇ ਪੰਜਾਬ ਨੂੰ ਕਬਜ਼ਾ ਕਰ ਲੈਂਦਾ। ਦੌਲਤ ਖਾਨ ਲੋਧੀ ਨੂੰ ਆਖਰੀ ਗੁੱਸਾ ਚੜਦਾ ਤੇ ਉਹ ਆਖਰੀ ਦੇ ਵਿੱਚ ਐਸਾ ਹਮਲਾ ਕਰਦਾ ਕਿ ਦੌਲਤ ਖਾਨ ਲੋਧੀ ਦੇ ਨਾਲ ਹੁਣ ਬੁਰੀ ਤਰ੍ਹਾਂ ਜਿਹੜੀ ਲੜਾਈ ਹੁੰਦੀ ਹੈ। ਸੋ ਬਾਬਰ ਇਨਵੇਡਡ ਪੰਜਾਬ ਫॉर ਦਾ 5th ਟਾਈਮ ਇਨ 1525 ਟੂ ਰੀਚ ਦੌਲਤ ਖਾਨ ਲੋਧੀ ਅ ਲੈਸਨ। ਹੀਅਰਿੰਗ ਦਾ ਨਿਊਜ਼ ਕਿ ਬਾਬਰ ਦਾ ਹਮਲਾ ਹੋ ਰਿਹਾ ਹੈਗਾ, ਦੌਲਤ ਖਾਨ ਲੋਧੀ ਫਿਰ ਭੱਜ ਜਾਂਦਾ, ਡਰ ਜਾਂਦਾਗਾ। ਟੁੱਕ ਰਿਫਿਊਜ ਇਨ ਦਾ ਫੋਰਟ ਆਫ ਮਲੋਟ, ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਫੋਰਟ ਆਫ ਮਲੋਟ ਹੈ, ਜਿਹੜਾ ਮਲੋਟ ਦਾ ਕਿਲਾ ਯਾਨੀ ਕਿ ਹੁਸ਼ਿਆਰਪੁਰ ਦੇ ਵਿੱਚ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਸੋ ਬੇਸਿਕਲੀ ਦੌਲਤ ਖਾਨ ਲੋਧੀ ਇੱਥੇ ਜਾ ਕੇ ਲੁਕ ਜਾਂਦਾ ਤੇ ਬਾਬਰ ਕੀ ਕਰਦਾ, ਇਸੇ ਫੋਰਟ ਨੂੰ ਬਸੀਜ ਕਰ ਲੈਂਦਾ, ਘੇਰਾਬੰਦੀ ਕਰ ਲੈਂਦਾਗਾ। ਦੌਲਤ ਖਾਨ ਲੋਧੀ ਡਰ ਜਾਂਦਾ ਤੇ ਉਸ ਤੋਂ ਬਾਅਦ ਸਰੈਂਡਰ ਕਰ ਦਿੰਦਾ, ਬਾਬਰ ਉਹਨੂੰ ਮਾਫ ਕਰ ਦਿੰਦਾ। ਤੇ ਬਟ ਬਾਬਰ ਆ ਜਿਹੜਾ ਹੁਣ ਪੂਰੇ ਪੰਜਾਬ ਤੇ ਕਬਜ਼ਾ ਕਰ ਲੈਂਦਾ ਹੈ ਤੇ ਦੌਲਤ ਖਾਨ ਲੋਧੀ ਨੂੰ ਤਖਤ ਤੋਂ ਲਾ ਦਿੰਦਾਗਾ। ਓਕੇ, ਸੋ ਐਵੇਂ ਬਾਬਰ ਨੇ ਯਾਨੀ ਕਿ ਪੂਰੇ ਪੰਜਾਬ ਤੇ ਕਬਜ਼ਾ ਕਰ ਲਿਆ 1525 ਦੇ ਵਿੱਚ। ਹੁਣ ਜਦੋਂ ਬਾਬਰ ਨੇ ਪੰਜਾਬ ਤੇ ਹਮਲਾ ਕਰ ਲਿਆ, ਸੋ ਆਪਣੀ ਵਿਕਟਰੀ ਤੋਂ ਇਨਕਰੇਜ ਹੋ ਕੇ ਇਹਨੇ ਹੁਣ ਡਿਸਾਈਡ ਕਰ ਲਿਆ ਕਿ ਆਪਾਂ ਭਾਈ ਹੁਣ ਦਿੱਲੀ ਤੇ ਅਟੈਕ ਕਰਨਾਗਾ, ਵਿਚ ਵਾਜ਼ ਬੀਇੰਗ ਰੂਲਡ ਬਾਏ ਇਬਰਾਹਿਮ ਲੋਧੀ। ਤੇ 1526 21 ਅਪ੍ਰੈਲ
द फर्स्ट बैटल ऑफ पानीपत वाज फॉट बिटवीन इब्राहिम लोधी एंड बाबर। तो बाबर ते इब्राहिम लोधी विचकार लड़ाई हुंदी है। इन दिस बैटल इब्राहिम लोधी वाज डिफीटेड एंड किल्ड, मारिया जांदा। In his way, the reign of Lodi Vansh in India came to an end, and Babur founded the Mughal Empire in India. समझ रहे हो गल नूं? सो इस तरीके दे नाल पढ़ना चाहिदा है, क्योंकि इहदे नाल कंसैप्चुअल क्लैरिटी दे नाल नाल तुहानूं एक सीक्वेंस ऐसा मिलूगा जिहदे नाल तुहाडा स्टैटिक पोर्शन बहुत जबरदस्त होएगा। हुण आपां करांगे वन लाइनर क्वेश्चन, तां कि तुहानूं बहुत वधिया ढंग दे नाल क्वेश्चन सॉल्व हो जाण। ये मैं ये नहीं कह रहा कि तुहानूं ये पेपर दे विच वन लाइनर आउणगे, पेपर दे विच लैवल वधिया रहूगा, बट ये क्लास की रैपीटिशन है, यानी कि तुसीं रिपीट कर लोगे, तुहानूं अपने आप सारे आइडिया हो जाणगे। क्वेश्चनों के नाल नाल भी तुसीं थ्योरी पढ़ोगे, देखी जाओ इस तरीके दे नाल। सो सारी क्लास का निचोड़ है कहण दा मतलब कि आपां हुण क्वेश्चन करदे हां स्टार्ट। वैन डिड बहलोल लोधी फाउंडेड द लोधी डायनेस्टी? तुसीं सब नूं पता होगा कदों है? 1451 ਦੇ ਵਿੱਚ ਲੋਧੀ ਵੰਸ਼ ਦੀ ਸਥਾਪਨਾ ਹੁੰਦੀ ਹੈ। ਓਕੇ ਹੈ, ਤੇ ਕਦੋਂ ਤੱਕ ਹੁੰਦਾ ਹੈ? 1499 ਤੱਕ। ਉਸ ਤੋਂ ਬਾਅਦ ਫਿਰ 1517 ਤੱਕ ਸਿਕੰਦਰ ਲੋਧੀ, ਤੇ ਫਿਰ 1500 ਜਿਹੜਾ ਹੈਗਾ 25 ਤੱਕ 26 ਤੱਕ ਇਬਰਾਹਿਮ ਲੋਧੀ। ਇਹ ਸਾਰਾ ਕ੍ਰੋਨੋਲੋਜੀਕਲੀ ਯਾਦ ਰੱਖਣਾਗਾ। ਇਸ ਤੋਂ ਬਾਅਦ ਬਹਿਲੋਲ ਲੋਧੀ ਜਿਹੜਾ ਕਦੋਂ ਡਾਈਡ? 1499 ਦੇ ਵਿੱਚ, ਰਾਈਟ। ਹੁਣ मैच ऑफ द फॉलोइंग ਦੇ ਵਿੱਚ ਆ ਜਾਣ, ਭਾਵੇਂ ਥੋੜਾ ਬਹੁਤ ਸਟੈਟਿਕ ਪੋਰਸ਼ਨ ਤੁਹਾਨੂੰ ਯਾਦ ਰੱਖਣਾ ਪਊਗਾ। ਹਾਊਐਵਰ ਬਹਿਲੋਲ ਲੋਧੀ ਦਾ ਰਿਲੇਸ਼ਨ ਵਿਦ ਅਫਗਾਨ, ਬਹਿਲੋਲ ਲੋਧੀ ਦੇ ਅਫਗਾਨਾਂ ਨਾਲ ਰਿਲੇਸ਼ਨ ਕੀ ਸੀ? ਗੁੱਡ ਸੀ ਭਾਈ। ਹੂ ਬਿਕੇਮ ਦਾ ਰੂਲਰ ਆਫਟਰ ਬਹਿਲੋਲ ਲੋਧੀ ਦੀ ਡੈਥ? ਬਹਿਲੋਲ ਲੋਧੀ ਦੀ ਡੈਥ ਤੋਂ ਬਾਅਦ ਕੌਣ ਰੂਲਰ ਬਣਿਆਗਾ? ਪ੍ਰਿੰਸ ਨਿਜ਼ਾਮ ਖਾਨ। ਕੌਣ ਸੀ ਇਹ ਭਲਾ? ਸਿਕੰਦਰ ਲੋਧੀ। ਸਿਕੰਦਰ ਲੋਧੀ ਦਾ ਰੀਅਲ ਨੇਮ ਕੀ ਸੀ? ਪ੍ਰਿੰਸ ਨਿਜ਼ਾਮ ਖਾਨ। सो सिकंदर लोधी, सिकंदर खान कह सकते हो, सिकंदर लोधी, राइट। इस तो बाद जेकर मैं गल करा, हू वाज द एडवाइजर ऑफ सिकंदर लोधी? सिकंदर लोधी का एडवाइजर कौन सी? हुण कुरुक्षेत्र का मेला तुहानूं याद आउंदा जिथे हिंदुआं नूं मारन दा प्लान बना गया सी, ते इहदा एडवाइजर है जिहड़ा बहुत मशहूर है, मियां अब्दुल्ला। सिकंदर लोधी का एडवाइजर कौन सी? मियां अब्दुल्ला। हू डिफीटेड, हू बिकम द रूलर आफ्टर द डेथ ऑफ सिकंदर लोधी? सिकंदर लोधी दे यानी कि डेथ तो बाद कौन बनता है? इब्राहिम लोधी। इब्राहिम लोधी कितने है? आप है इब्राहिम लोधी। कदों बनता है? 1517 ਦੇ ਵਿੱਚ। 1517 ਤੋਂ ਲੈ ਕੇ 1526 ਤੱਕ ਇਬਰਾਹਿਮ ਲੋधी ਰਹਿੰਦਾ ਹੈ। ਓਕੇ। ਹੂ ਇਜ਼ ਨੋਨ, ਹੂ ਵਾਜ਼ ਨੋਨ ਆ ਜਾਊਗਾ, ਹੂ ਵਾਜ਼ ਨੋਨ ਦਾ ਫੂਲਿਸ਼ ਰੂਲਰ ਆਫ ਲੋਧੀ ਡਾਇਨੈਸਟੀ? ਲੋਧੀ ਦਾ ਫੂਲਿਸ਼ ਰੂਲਰ ਕੌਣ ਹੈ? ਇਬਰਾਹਿਮ ਲੋਧੀ। ਕਿਉਂਕਿ ਇਹਨੇ ਲੋਧੀਆਂ ਦੇ ਨਾਲ ਵੀ ਵਿਗਾੜ ਲਈ, ਅਫਗਾਨਾਂ ਦੇ ਨਾਲ ਵੀ ਵਿਗਾੜ ਲਈ, ਠੀਕ ਹੈ। ਕੋਈ ਬੜਾ ਜ਼ਿਆਦਾ ਏਬਲ ਰੂਲਰ ਹੈ ਨਹੀਂ ਸੀਗਾ। ਹੂ ਵਾਜ਼ ਦਾ ਮੇਡ ਦਾ ਗਵਰਨਰ ਆਫ ਪੰਜਾਬ ਬਾय ਬਹਿਲੋਲ ਲੋਧੀ ਇਨ 1469? 1469 ਦੇ ਵਿੱਚ ਬਹਿਲੋਲ ਲੋਧੀ ਨੇ ਪੰਜਾਬ ਦਾ ਗਵਰਨਰ ਕੌਣ ਬਣਾਇਆ? ਤਤਾਰ ਖਾਨ। ਤਤਾਰ ਖਾਨ ਬਣਾਇਆ, ਤੁਹਾਨੂੰ ਪਤਾ ਹੈ। ਤੇ 1485 ਦੇ ਵਿੱਚ ਤਤਾਰ ਖਾਨ ਨੂੰ ਸਿਕੰਦਰ ਲੋਧੀ ਨੇ ਮਾਰਤਾ ਸੀ। ਓਕੇ। ਇਸ ਤੋਂ ਬਾਅਦ ਆ ਗਿਆ ਵੀ ਹੂ ਕਿਲਡ ਤਤਾਰ ਖਾਨ ਦਾ ਗਵਰਨਰ ਆਫ ਪੰਜਾਬ? ਤਤਾਰ ਖਾਨ ਨੂੰ ਕਿਹਨੇ ਮਾਰਿਆ? ਸਿਕੰਦਰ ਲੋਧੀ ਨੇ। ਸਿਕੰਦਰ ਲੋਧੀ ਦਾ ਓਰੀਜਨਲ ਨੇਮ ਕੀ ਹੈ? ਪ੍ਰਿੰਸ ਨਿਜ਼ਾਮ ਖਾਨ, ਯਾਦ ਰੱਖਣਾਗਾ। ਇਸ ਤੋਂ ਬਾਅਦ ਆ ਗਿਆ ਹੂ ਵਾਜ਼ ਦਾ ਫਾਦਰ ਆਫ ਦੌਲਤ ਖਾਨ ਲੋਧੀ? ਦੌਲਤ ਖਾਨ ਲੋਧੀ ਦਾ ਪਾਪਾ ਕੌਣ ਹੈ? ਦੌਲਤ ਖਾਨ ਲੋਧੀ ਦਾ ਪਾਪਾ ਸੀਗਾ ਜੀ ਤਤਾਰ ਖਾਨ, ਜਿਹੜਾ ਕਿ 1469 ਤੋਂ ਲੈ ਕੇ 1485 ਤੱਕ ਪੰਜਾਬ ਦਾ ਗਵਰਨਰ ਰਿਹਾਗਾ। ਤੇ ਉਸ ਤੋਂ ਬਾਅਦ 1500 ਦੇ ਵਿੱਚ ਦੌਲਤ ਖਾਨ ਲੋਧੀ ਜਿਹੜਾ ਪੰਜਾਬ ਦਾ ਗਵਰਨਰ ਬਣਦਾ ਹੈ। ਕਿਹਦੇ ਦੁਆਰਾ ਬਣਾਇਆ ਜਾਂਦਾ? ਸਿਕੰਦਰ ਲੋਧੀ ਦੁਆਰਾ। ਵੈਨ ਡਿਡ ਦੌਲਤ ਖਾਨ ਲੋਧੀ ਬਿਕੇਮ ਦਾ ਗਵਰਨਰ ਆਫ ਪੰਜਾਬ? 1500 ਦੇ ਵਿੱਚ। ਦੇਖੋ ਸਾਰਾ ਕੁਝ ਰਿਪੀਟ ਹੋ ਰਿਹਾ ਨਾ, ਇਹ ਕਲਾਸ ਨੂੰ ਤਾਂ ਹੀ ਕਹਿੰਦਾ ਵੀ ਇਹ ਕਲਾਸ ਤੁਹਾਨੂੰ ਇੱਕ ਵਾਰੀ ਹੀ ਦੇਖਣੀ ਹੈ, ਵਾਰ-ਵਾਰ ਰਿਪੀਟ ਨਹੀਂ ਕਰਨਾ, ਬਸ ਥੋੜਾ ਜਿਹਾ ਦਿਮਾਗ ਦੇ ਵਿੱਚ ਰਿਪੀਟ ਕਰ ਲੈਣਾ, ਸਾਰਾ ਕੁਝ ਯਾਦ ਹੋ ਜਾਊਗਾ। ਸੋ 1500 ਦੇ ਵਿੱਚ ਪੰਜਾਬ ਦਾ ਗਵਰਨਰ ਬਣਦਾ ਹੈ। ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਸਨ ਆਫ ਦੌਲਤ ਖਾਨ ਲੋਧੀ? ਦੌਲਤ ਖਾਨ ਲੋਧੀ ਦਾ ਸਨ ਕੌਣ ਹੈ ਇਹਨਾਂ ਦੇ ਵਿੱਚੋਂ? ਦਿਲਾਵਰ ਖਾਨ, ਹਾਜੀ ਖਾਨ, ਗਾਜ਼ੀ ਖਾਨ, ਤਿੰਨੇ ਹੀ ਹੈ, ਠੀਕ ਹੈ। ਦਿਲਾਵਰ ਖਾਨ ਤੁਹਾਨੂੰ ਪਤਾ ਹੈ ਕਿ ਜਦੋਂ ਦੌਲਤ ਖਾਨ ਲੋਧੀ ਇਬਰਾਹਿਮ ਲੋਧੀ ਨੂੰ ਬੁਲਾਉਂਦਾਗਾ, ਦੌਲਤ ਖਾਨ ਲੋਧੀ ਨੂੰ ਬੁਲਾਇਆ ਜਾਂਦਾ ਇਬਰਾਹਿਮ ਲੋਧੀ ਦੁਆਰਾ, ਤਾਂ ਦਿਲਾਵਰ ਖਾਨ ਨੂੰ ਭੇਜਿਆ ਜਾਂਦਾ, ਰਾਈਟ ਹੈ। ਚਲੋ ਕਰਤਾ, ਆਲ ਆਫ ਅਬਵ ਆ ਗਿਆ। ਇਸ ਤੋਂ ਬਾਅਦ ਆ ਗਿਆ ਹੂ ਇਨਵਾਈਟਡ ਬਾਬਰ ਟੂ ਅਟੈਕ ਇੰਡੀਆ? ਕੌਣ ਇਨਵਾਈਟ ਕਰਦਾ ਵੀ ਇੰਡੀਆ ਤੇ ਆ ਕੇ ਹਮਲਾ ਕਰ? ਤਾਂ ਕੌਣ ਕਰਦਾਗਾ? ਦੌਲਤ ਖਾਨ ਲੋਧੀ। ਦੌਲਤ ਖਾਨ ਕਹਿੰਦਾ ਵੀ ਆ ਜਾ ਭਾਈ ਹਮਲਾ ਕਰਦੇ। ਵੈਨ ਡਿਡ ਬਾਬਰ ਆਕਿਊਪਾਈ ਪੰਜਾਬ ਕੰਪਲੀਟਲੀ? ਪੰਜਾਬ ਨੂੰ ਪੂਰੀ ਤਰ੍ਹਾਂ ਬਾਬਰ ਕਦੋਂ ਜਿੱਤਦਾ ਹੈਗਾ? 1525 ਦੇ ਵਿੱਚ। ਤੁਹਾਨੂੰ ਪਤਾ ਦੌਲਤ ਖਾਨ ਲੋਧੀ ਨੂੰ ਹਰਾਇਆ ਜਾਂਦਾ, ਆਖਰ ਦੇ ਵਿੱਚ ਫੋਰਟ ਆਫ ਮਲੋਟ ਨੂੰ ਜਦੋਂ ਬਸੀਜ ਕਰਦਾ, ਸੀਜ਼ ਕਰ ਲੈਂਦਾ। ਇਸ ਤੋਂ ਬਾਅਦ ਆ ਗਿਆ ਵੇਅਰ ਵਾਜ਼ ਗੁਰੂ ਨਾਨਕ ਦੇਵ ਜੀ ਅਰੈਸਟਡ ਬਾय ਬਾਬਰ? ਕਿੱਥੇ ਕੀਤਾ ਜਾਂਦਾ? ਅਹਿਮਦਾਬਾਦ ਵਿਖੇ, ਜਿਹਨੂੰ ਆਪਾਂ ਕੀ ਕਹਿੰਦੇ ਆ? ਸੈਯਦਪੁਰ ਵੀ ਕਹਿੰਦੇ ਆ, ਠੀਕ ਹੈ। ਸੋ ਸੈਯਦਪੁਰ ਅਹਿਮਦਾਬਾਦ ਵਿਖੇ ਕਦੋਂ? 1520 ਦੇ ਵਿੱਚ। ਕਿਹੜਾ ਹਮਲਾ ਹੁੰਦਾ ਹੈਗਾ? ਥਰਡ ਹਮਲਾ ਹੁੰਦਾ, ਤੀਸਰਾ ਇਨਵੇਜ਼ਨ ਹੁੰਦਾ। ਓਕੇ। ਇਸ ਤੋਂ ਬਾਅਦ ਅੱਗੇ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਐਨ ਆਟੋਬਾਇਓਗ੍ਰਾਫੀ ਆਫ ਬਾਬਰ? ਤਾਂ ਤੁਜਕ ਏ ਬਾਬਰੀ, ਤੁਜਕ ਬਾਬਰੀ। ਸੋ ਇਹ ਤੁਸੀਂ ਯਾਦ ਰੱਖਣਾ ਕਿ ਬਾਬਰਨਾਮਾ ਵੀ ਕਿਹਾ ਜਾਂਦਾ, ਠੀਕ ਹੈ। ਬਾਬਰਨਾਮਾ ਵੀ ਕਿਹਾ ਜਾਂਦਾ, ਯਾਨੀ ਕਿ ਇਹਦਾ ਆਨਸਰ ਆ ਜਾਊਗਾ ਬੋਥ ਏ ਐਂਡ ਬੀ।
ਬਾਬਰਨਾਮਾ ਵੀ ਕਿਹਾ ਜਾਂਦਾ ਗਾ। ਇਸ ਤੋਂ ਬਾਅਦ ਆ ਗਿਆ ਵੀ ਵੈਨ ਡਿਡ ਬਾਬਰ ਅਟੈਕ ਫॉर द फर्स्ट टाइम इन इंडिया, ਤਾਂ 1519 ਦੇ ਵਿੱਚ ਪਹਿਲਾ ਹਮਲਾ ਹੁੰਦਾ ਗਾ। ਸੋ ਯਾਦ ਰੱਖਣਾ 1519, ਤੇ 1519 ਦੇ ਵਿੱਚ ਵੀ ਪਹਿਲਾ ਹਮਲਾ, 1519 ਦੇ ਵਿੱਚ ਦੂਸਰਾ ਹਮਲਾ, 1520 ਦੇ ਵਿੱਚ ਤੀਸਰਾ ਹਮਲਾ, 1524 ਦੇ ਵਿੱਚ ਚੌਥਾ ਹਮਲਾ ਤੇ 1525 ਦੇ ਵਿੱਚ ਪੰਜਵਾਂ ਹਮਲਾ। ਇਹ ਤੁਸੀਂ ਬਾਬਰ ਦੇ ਹਮਲੇ ਯਾਦ ਰੱਖਣੇ। ਇਨ ਵਿਚ ਇਨਵੇਜਨ ਬਾਬਰ ਕੈਪਚਰਡ ਪਿਸ਼ਾਵਰ, ਬਾਬਰ ਨੇ ਪਿਸ਼ਾਵਰ ਨੂੰ ਕੈਪਚਰ ਕੀਤਾ। ਕਦੋਂ ਕੀਤਾ ਸੀਗਾ? 1519 ਦੂਸਰੇ ਹਮਲੇ ਦੇ ਵਿੱਚ, 1519 ਦੂਸਰੇ ਹਮਲੇ ਦੇ ਵਿੱਚ। ਸੋ 1519 ਇਹਦਾ ਆ ਜਾਊਗਾ, ਕਿਉਂਕਿ ਪਹਿਲੇ ਦੇ ਵਿੱਚ ਕੀ ਕੀਤਾ ਸੀਗਾ? ਬੇਰਾ ਬਜੌਰ, ਉਸ ਤੋਂ ਬਾਅਦ ਫਿਰ ਪਿਸ਼ਾਵਰ, ਫਿਰ ਤੀਸਰੇ ਦੇ ਵਿੱਚ ਸਈਦਪੁਰ ਅਹਿਮਦਾਬਾਦ, ਫਿਰ ਚੌਥੇ ਦੇ ਵਿੱਚ ਦੌਲਤ ਖਾਨ ਲੋਧੀ ਦੇ ਨਾਲ ਜਲੰਧਰ ਦੁਆਬ ਸੁਲਤਾਨਪੁਰ, ਪੰਜਵੇਂ ਦੇ ਵਿੱਚ ਪੂਰੇ ਪੰਜਾਬ। ਠੀਕ ਹੈ, ਤੇ ਚੌਥੇ ਦੇ ਵਿੱਚ ਲਾਹੌਰ ਵੀ ਸੀਗਾ, ਰਾਈਟ, ਉਹ ਵੀ ਯਾਦ ਰੱਖ ਲੈਣਾ। ਸੋ 1519 ਦੇ ਵਿੱਚ Who of the following was arrested by ਇਬਰਾਹਿਮ ਲੋਧੀ? ਗੁਰੂ ਨਾਨਕ ਦੇਵ ਜੀ, ਦਿਲਾਵਰ ਖਾਨ, ਦੌਲਤ ਖਾਨ ਲੋਧੀ ਤੇ ਤਤਾਰ ਖਾਨ। ਇਬਰਾਹਿਮ ਲੋਧੀ ਦੁਆਰਾ ਕਿਹਨੂੰ ਅਰੈਸਟ ਕੀਤਾ ਗਿਆ? ਕਾਲੀ ਕਾਲੀ ਦੇ ਵਿੱਚ ਆਨਸਰ ਗੁਰੂ ਨਾਨਕ ਦੇਵ ਜੀ ਨਾਲ ਲਾ ਦਿਓ। ਇਬਰਾਹਿਮ ਲੋਧੀ ਦੁਆਰਾ ਦਿਲਾਵਰ ਖਾਨ ਨੂੰ ਅਰੈਸਟ ਕੀਤਾ ਗਿਆ ਸੀ, ਦਿਲਾਵਰ ਖਾਨ। ਠੀਕ ਹੈ, ਸੋ ਬੀ ਆਪਸ਼ਨ ਇਹਦਾ ਰਾਈਟ ਬਣੂਗਾ। ਦਿਲਾਵਰ ਖਾਨ ਨੂੰ ਇਬਰਾਹਿਮ ਲੋਧੀ ਦੁਆਰਾ ਅਰੈਸਟ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਨੂੰ ਅਰੈਸਟ ਕੀਤਾ ਸੀ ਬਾਬਰ ਨੇ, ਰਾਈਟ ਆ। ਚਲੋ ਖੈਰ, who which revolt forced Babur to leave Peshawar after his second invasion? ਕੀ ਕਿਹਾ? ਅੱਛਾ, ਵੀ ਕਿਹੜੀ ਰਿਵੋਲਟ ਨੇ ਫੋਰਸ ਕੀਤਾ ਬਾਬਰ ਨੂੰ ਵੀ ਪਿਸ਼ਾਵਰ ਨੂੰ ਛੱਡ ਦੇ ਭਾਈ ਆਫਟਰ ਹਿਸ ਸੈਕੰਡ ਇਨਵੇਜਨ, ਜਦੋਂ ਉਹਨੇ 1519 ਦੇ ਵਿੱਚ ਦੂਸਰਾ ਹਮਲਾ ਕੀਤਾ। ਤਾਂ ਰਿਵੋਲਟ ਆਫ ਸੀਗਾ ਬਦਖਸ਼ਾਂ, ਜਿਹੜਾ ਕਿ ਤੁਹਾਨੂੰ ਦੱਸਿਆ ਪ੍ਰੋਵਿੰਸ ਦਾ ਰਿਵੋਲਟ ਹੋ ਗਿਆ ਸੀਗਾ ਕਾਬਲ ਚ, ਸੋ ਇਸ ਕਰਕੇ ਛੱਡਣਾ ਪਿਆ ਉਹਨੂੰ। ਇਸ ਤੋਂ ਬਾਅਦ ਆ ਗਿਆ ਵੈਨ ਵਾਜ਼ ਸਈਦਪੁਰ ਕੈਪਚਰਡ ਬਾਏ ਬਾਬਰ। ਵੈਨ ਵਾਜ਼ ਸਈਦਪੁਰ, ਸਈਦਪੁਰ ਯਾਨੀ ਕਿ ਅਹਿਮਦਾਬਾਦ ਕਦੋਂ ਕੀਤਾ ਕੈਪਚਰ? ਤੀਸਰੇ ਹਮਲੇ ਦੇ ਵਿੱਚ। ਤੀਸਰਾ ਹਮਲਾ ਕਦੋਂ? 1520 ਦੇ ਵਿੱਚ। ਸਾਰਾ ਇੱਕ ਦੂਸਰੇ ਨਾਲ ਕੋਰਿਲੇਟ ਕਰਦਾ। ਇੰਨੇ ਵਧੀਆ ਢੰਗ ਦੇ ਨਾਲ ਪੜੋਗੇ ਨਾ ਤਾਂ ਤੁਸੀਂ ਸਾਰਾ ਕੁਝ ਦਿਮਾਗ ਦੇ ਵਿੱਚ ਰੱਖੋਗੇ, ਇਹ ਗਰੰਟੀ ਹੈ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਦੌਲਤ ਖਾਨ ਲੋਧੀ ਵਾਜ਼ ਗਿਵਨ ਦਾ ਚਾਰਜ ਆਫ ਵਿਚ ਏਰੀਆ ਬਾਏ ਬਾਬਰ। ਦੌਲਤ ਖਾਨ ਲੋਧੀ was given the charge of which area by ਬਾਬਰ। ਬਾਬਰ ਦੁਆਰਾ ਦੌਲਤ ਖਾਨ ਲੋਧੀ ਨੂੰ ਕਿਹੜਾ ਏਰੀਆ ਦਿੱਤਾ ਜਾਂਦਾ ਹੈ? ਓਕੇ, ਜਲੰਧਰ ਦਾ ਦਿੱਤਾ ਜਾਂਦਾ, ਹੁਸ਼ਿਆਰਪੁਰ ਦਾ ਦਿੱਤਾ ਜਾਂਦਾ, ਮੁਲਤਾਨ, ਪਿਸ਼ਾਵਰ ਦਾ। ਜਲੰਧਰ ਦੁਆਬ ਦਾ ਦਿੱਤਾ ਜਾਂਦਾ। ਜਲੰਧਰ ਦੁਆਬ ਦੀਆਂ ਚਾਬੀਆਂ ਦੇ ਦਿੰਦਾ ਵੀ ਆਹ ਚੱਕ, ਏਰੀਆ ਤੇਰਾ ਹੋ ਗਿਆ। ਜਲੰਧਰ ਦੇ ਨਾਲ ਸੁਲਤਾਨਪੁਰ ਵੀ ਯਾਦ ਰੱਖ ਲਓ, ਸੁਲਤਾਨਪੁਰ ਦਾ ਏਰੀਆ। ਇਸ ਤੋਂ ਸੈਟੀਸਫਾਈ ਨਹੀਂ ਹੁੰਦਾ, ਇਸੇ ਕਰਕੇ ਦੌਲਤ ਖਾਨ ਲੋਧੀ ਬਾਬਰ ਦੇ ਅਗੇਂਸਟ ਕਰਦਾਗਾ। which fort besieged by Babur during his 5th invasion? ਪੰਜਵੇਂ ਹਮਲੇ ਤੇ ਫੋਰਟ ਆਫ ਮਲੋਟ, ਹੁਸ਼ਿਆਰਪੁਰ ਡਿਸਟ੍ਰਿਕਟ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ, ਆ ਬਠਿੰਡੇ ਵਾਲਾ ਮਲੋਟ ਨਹੀਂ ਹੈਗਾ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਫੋਰਟ ਆਫ ਮਲੋਟ। ਵੈਨ ਵਾਜ਼ ਦਾ ਫਸਟ ਬੈਟਲ ਆਫ ਪਾਣੀਪਤ ਫੌਟ? ਤਾਂ 1526 ਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਵਿਚਕਾਰ ਹੁੰਦੀ ਹੈ। ਸੋ 1526 ਇਹਦਾ ਰਾਈਟ ਆਂਸਰ ਬਣ ਗਿਆ ਹੈ। ਇਬਰਾਹਿਮ ਲੋਧੀ ਅਸੈਂਡਡ ਦਾ ਥਰੋਨ ਆਫ ਦਿੱਲੀ ਇਨ ਵਿਚ ਈਅਰ? ਇਬਰਾਹਿਮ ਲੋਧੀ ਕਦੋਂ ਬਹਿੰਦਾ ਦਿੱਲੀ ਦੇ ਤਖਤ ਤੇ? ਤਾਂ ਤੁਹਾਨੂੰ ਪਤਾ ਸਿਕੰਦਰ ਲੋਧੀ ਦੀ ਡੈਥ ਹੁੰਦੀ ਹੈ 1517 ਦੇ ਵਿੱਚ, ਤੇ 1526 ਤੱਕ ਰਹਿੰਦਾ ਇਬਰਾਹਿਮ ਲੋਧੀ। ਸੋ ਇਹ ਤੁਸੀਂ ਯਾਦ ਰੱਖਣਾ 1517 ਦੇ ਵਿੱਚ। ਤਿੰਨੇ ਹੀ ਯਾਦ ਰੱਖ ਲਓ। ਬਹਿਲੋਲ ਲੋਧੀ 1451 ਤੋਂ ਲੈ ਕੇ ਰਹਿੰਦਾ ਤਾਂ 1499 ਤੱਕ, ਤੇ 1499 ਤੋਂ ਲੈ ਕੇ 1517 ਤੱਕ ਰਹਿੰਦਾ ਸਿਕੰਦਰ ਲੋਧੀ, ਤੇ 1517 ਤੋਂ ਲੈ ਕੇ 1526 ਤੱਕ ਇਬਰਾਹਿਮ ਲੋਧੀ ਰਹਿੰਦਾ। ਇਸ ਤੋਂ ਬਾਅਦ ਆ ਗਿਆ ਵਟ ਇਜ਼ ਦਾ ਟਾਈਮ ਪੀਰੀਅਡ ਆਫ ਲੋਧੀ ਵੰਸ਼? ਤਾਂ ਲੋਧੀ ਵੰਸ਼ ਦਾ ਟਾਈਮ ਪੀਰੀਅਡ 1451 ਤੋਂ ਲੈ ਕੇ 1526 ਤੱਕ ਹੋ ਜਾਊਗਾ। ਸੋ ਇਹ ਤੁਸੀਂ ਯਾਦ ਰੱਖਣਾ 1451 ਤੋਂ ਲੈ ਕੇ 1526 ਤੱਕ। ਇਸ ਤੋਂ ਬਾਅਦ ਆ ਗਿਆ ਵਟ ਵਾਜ਼ ਦਾ ਰੀਅਲ ਨੇਮ ਆਫ ਸਿਕੰਦਰ ਲੋਧੀ? ਵਟ ਵਾਜ਼ ਦਾ ਰੀਅਲ ਨੇਮ ਆਫ ਸਿਕੰਦਰ ਲੋਧੀ? ਪ੍ਰਿੰਸ ਨਿਜ਼ਾਮ ਖਾਨ, ਪ੍ਰਿੰਸ ਨਿਜ਼ਾਮ ਖਾਨ। ਇਹ ਤੁਸੀਂ ਯਾਦ ਰੱਖਣਾ ਸਿਕੰਦਰ ਲੋਧੀ ਦਾ ਰੀਅਲ ਨੇਮ। ਸੋ ਇਹ ਸੀਗਾ ਆਪਣਾ ਅੱਜ ਦਾ ਸੈਸ਼ਨ। ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ 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 ਸੌਖੇ ਢੰਗ ਦੇ ਨਾਲ ਇਹ ਚੀਜ਼ਾਂ ਡਿਲੀਵਰ ਹੋ ਗਈਆਂ ਹੋਣਗੀਆਂ, ਕਿਉਂਕਿ ਇੱਥੋਂ ਕੁਐਸਚਨ ਡੈਫੀਨਿਟਲੀ ਪੁੱਛੇ ਜਾਣਗੇ। ਇਸੇ ਤਰੀਕੇ ਦੇ ਨਾਲ ਤੁਹਾਡਾ ਬੰਦਾ ਜਿਹੜਾ ਸਿੱਖ ਇਤਿਹਾਸ ਆ, ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਆ, ਬਾਬਾ ਬੰਦਾ ਸਿੰਘ ਬਹਾਦਰ ਦਾ, ਜਾਂ ਫਿਰ ਐਂਗਲੋ ਸਿੱਖ ਵਾਰ ਹੈ, ਜਾਂ ਉਸ ਤੋਂ ਬਾਅਦ ਗੁਰਦੁਆਰਾ ਰਿਫਾਰਮ ਮੂਵਮੈਂਟ ਹੈ, ਜਾਂ ਉਸ ਤੋਂ ਬਾਅਦ ਸੋਸ਼ੋ ਰਿਲੀਜੀਅਸ ਮੂਵਮੈਂਟ ਹੈ, ਮੈਂ ਬਹੁਤ ਟਿਪਸ ਦੇ ਵਿੱਚ ਕਰਾ ਦੂੰਗਾ, ਤੁਹਾਡੇ ਉਂਗਲਾਂ ਤੇ ਹੋਣਗੇ ਜੇ ਇੱਥੋਂ ਕੁਐਸਚਨ ਕੋਈ ਵੀ ਆ ਗਿਆ। ਸੇਮ ਫॉर ਪੋਲਿਟੀ, ਰਾਈਟ। ਸੋ ਥੈਂਕ ਯੂ ਸੋ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਕਨਸੈਪਚੁਅਲ ਦੇ ਨਾਲ ਨਾਲ ਸਟੈਟਿਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਰੋ, ਨਾਲ ਨਾਲੇ ਕੁਐਸਚਨ ਵਗੈਰਾ ਕਰਿਆ ਕਰੋ, ਤੇ ਬਾਕੀ ਕੋਈ ਵੀ ਕੁਐਰੀ ਵਗੈਰਾ ਫਿਰ ਉਹੀ ਗੱਲ ਹੈ, ਮੈਸੇਜ ਵਗੈਰਾ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਬਾਬਾ ਨਾਨਕ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰੇ। ਬਾਏ ਬਾਏ, ਟੇਕ ਕੇਅਰ।